ਇਹ ਵੀ ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਅਤੇ ਜਿੱਦਾਂ ਇਹਨੂੰ ਬੈਡ ਕਮੈਂਟ ਕਰਦੇ ਮੈਨੂੰ ਸਹੀ ਨਹੀਂ ਲੱਗਦਾ। ਤੁਸੀਂ ਇਮੋਸ਼ਨਲ ਹੋ ਵੀਰੇ, ਹੈ ਨਾ, ਇਮੋਸ਼ਨਲ ਨਹੀਂ ਹੋਣਾ। ਸੋ ਤੁਹਾਡੇ ਹਮਸਫਰ ਨੇ ਔਰ ਉਹਨਾਂ ਦੇ ਵੀ ਆਈਸ 'ਚ ਪਾਣੀ ਆ ਗਿਆ ਨਾ, ਕਿਉਂਕਿ ਉਹਨਾਂ ਨੂੰ ਥੋੜ੍ਹਾ ਹਰਟ ਫੀਲ ਹੁੰਦਾ ਉਹਨਾਂ ਨੂੰ ਵੀ। ਸੋ ਮੈਂ ਨਹੀਂ ਚਾਹੂੰਗੀ ਤੁਸੀਂ ਵੀਰੇ ਹੈ ਨਾ ਰੋਵੋ ਨਾ। ਅਤੇ ਬਹੁਤ ਕਮੈਂਟ ਕਰਦੇ, ਬੈਡ ਕਮੈਂਟ ਵੀ ਕਰਦੇ ਵੀ ਬਾਹਰ ਕਰਕੇ ਇੰਨਾ ਕੀਤਾ ਜਾਂ ਇੱਦਾਂ, ਪਰ ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣੀ ਲਾਈਫ ਬਾਰੇ। 2009 ਵਿੱਚ ਮੇਰਾ ਫਾਦਰ ਸਾਹਿਬ ਐਕਸਪਾਇਰ ਹੋ ਗਿਆ ਸੀ, ਅਤੇ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਂ ਆਪਣੀ ਜ਼ਿੰਦਗੀ ਵਿੱਚ। ਹਾਊ ਇਜ਼ ਫੀਲ? I love this guy. Totally love this guy. I love this whole family. Yeah, he's my whole heart. Definitely different than any guy that I've met in the USA. Very respectful, loving, caring. Treats me like a princess. Never had that before. And his family is absolutely wonderful. ਸਾਡਾ ਜੋ ਪਰਮਾਤਮਾ ਨੇ ਕੀਤਾ ਬਹੁਤ ਵਧੀਆ ਕੀਤਾ। ਜੋ ਇਹ ਸਾਡਾ ਬੇਟਾ ਖੁਸ਼ ਤਾਂ ਹੀ ਖੁਸ਼। ਅਤੇ ਉੱਥੇ ਜਾ ਕੇ ਮੈਂ 12 ਘੰਟੇ 13 ਘੰਟੇ ਕੰਮ ਕੀਤਾ ਬਾਹਰ ਵੀ, ਅਤੇ ਮੈਂ ਸਾਰਾ ਕੁਛ ਇਹਨਾਂ ਨੂੰ ਦੱਸਿਆ, ਅਤੇ ਇਹਨਾਂ ਨੇ ਜਿੱਦਾਂ ਸਮਝਿਆ। ਅਤੇ ਜਿੱਦਾਂ ਮੈਂ ਆਪਣਾ ਹਾਰਡ ਵਰਕ ਕਰਦਾ ਹੁੰਦਾ ਸੀ ਉੱਥੇ, ਅਤੇ ਕਹਿੰਦੇ ਤੂੰ ਇੰਨਾ ਹਾਰਡ ਵਰਕ ਕੰਮ ਕਰਦਾ। ਜੇ ਸਾਡੀ ਭਾਸ਼ਾ ਨਹੀਂ ਸਮਝਦੇ, ਸਾਡੀਆਂ ਫੀਲਿੰਗ ਨੂੰ ਤਾਂ ਸਮਝਦੇ ਨਹੀਂ ਨਾ। ਜੇ ਸਾਡੀ ਲੈਂਗੁਏਜ ਨਹੀਂ ਉਹਨਾਂ ਨੂੰ ਸਮਝ ਆਉਂਦੀ, ਅਸੀਂ ਉਹਨਾਂ ਦੀ ਲੈਂਗੁਏਜ ਨੂੰ ਨਹੀਂ ਸਮਝ ਪਾਉਂਦੇ, ਜਾਂ ਉਹ ਸਾਡੀ ਲੈਂਗੁਏਜ ਨਹੀਂ ਸਮਝ ਪਾਉਂਦੇ, ਤਾਂ ਕਸੂਰ ਉਹਨਾਂ ਦਾ ਨਹੀਂ ਹੈ। ਉਹ ਉੱਥੋਂ ਦੇ ਰਹਿਣ ਵਾਲੇ ਨੇ, ਉਹ ਆਪਣੀ ਭਾਸ਼ਾ 'ਚ ਪਰਪੱਕ ਨੇ। ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਅਸੀਂ ਪੰਜਾਬੀ ਬੋਲਦੇ ਹਾਂ, ਤਾਂ ਉਹਨਾਂ ਦਾ ਦਿਲ ਜਿਹੜਾ ਦੇਖੋ ਵੀ ਇਮੋਸ਼ਨਲ ਹੋ ਗਈ ਗੱਲਾਂ ਸੁਣ ਕੇ ਕਿ ਮੇਰੇ ਪਤੀ ਦੀ ਅੱਖਾਂ 'ਚ ਹੰਝੂ ਆਏ ਨੇ, ਤਾਂ ਉਹ ਵੀ ਭਾਵੁਕ ਹੋਏ ਨੇ, ਇਮੋਸ਼ਨਲ ਹੋ ਗਏ ਨੇ। ਤਾਂ ਕਰਦਾ ਲੋਕ ਕਹਿੰਦੇ ਵੀ ਇਹਨੇ ਬਾਹਰ ਜਾਣ ਕਰਕੇ ਕੀਤਾ, ਅਮਰੀਕਾ ਕਰਕੇ ਕੀਤਾ, ਗ੍ਰੀਨ ਕਾਰਡ ਕਰਕੇ ਕੀਤਾ, ਪਰ ਇੱਦਾਂ ਦਾ ਕੁਛ ਨਹੀਂ। ਇਹਦਾ ਦਿਲੋਂ ਪਿਆਰ ਕਰਦੇ ਹਾਂ ਅਤੇ ਦਿਲੋਂ ਕਰਦੇ ਰਹਾਂਗੇ। ਇਹਦੇ ਨਾਲ ਹੀ ਜੀਵਾਂਗੇ ਅਤੇ ਇਹਦੇ ਨਾਲ ਹੀ ਮਰਾਂਗੇ। ਬਹੁਤ ਗਰੀਬੀ ਵੀ ਦੇਖੀ ਆਪਣੀ ਜ਼ਿੰਦਗੀ ਵਿੱਚ, ਪਰ ਸਾਰਾ ਮਾਇੰਡ ਵਿੱਚ ਆ। ਆਪਾਂ ਆਪਣੀ ਗਾਤ ਨਹੀਂ ਕਦੇ ਵੀ ਭੁੱਲਾਂਗੇ। ਏਜ ਡਿਫਰੈਂਸ ਤੁਹਾਡੇ ਵਿੱਚ ਹੈਗਾ ਹੈ ਨਾ, ਏਜ ਨੂੰ ਲੈ ਕੇ ਵੀ। ਔਰ ਉੱਥੇ ਸਵਾਲ ਜ਼ਰੂਰ ਇਸੇ ਕਰਕੇ ਸ਼ਾਇਦ ਮੇਰੇ ਨਾਲ ਲੋਕ ਚੱਕ ਰਹੇ ਨੇ ਕਿ ਤੁਹਾਨੂੰ ਲੋਕ ਇਹ ਸ਼ਾਇਦ ਇਹ ਕਹਿ ਰਹੇ ਨੇ ਕਿ PR ਕਰਕੇ, ਅਮਰੀਕਾ ਦੀ PR ਕਰਕੇ ਤੁਸੀਂ ਚੱਲੇ ਹੋ ਉੱਧਰ, ਹੈ ਨਾ। ਤਾਂ ਆਪਾਂ ਇਹਨੂੰ ਇਹਨਾਂ ਵਿਆਹ ਕਰਾਇਆ, ਅਮਰੀਕਾ ਜਾਣ ਕਰਕੇ ਕਰਾਇਆ, ਠੀਕ ਹੈ। ਇੱਦਾਂ ਦਾ ਕੁਛ ਨਹੀਂ ਹੈਗਾ ਮੈਂ ਇਹਨੂੰ ਉੱਥੇ ਜਾ ਕੇ ਛੱਡ ਦੂੰ, ਇੱਦਾਂ ਦਾ ਕੁਛ ਨਹੀਂ। ਹੁਣ ਤਾਂ ਇਹ ਵੇਖੋ, ਹੁਣ ਮੇਰੀ ਭੈਣ ਦਾ ਡਿਵੋਰਸ ਹੋਇਆ ਅਤੇ ਸਾਡੇ ਦਿਲ 'ਤੇ ਕੀ ਬਣਦੀ। ਇੱਦਾਂ ਇਹ ਵੀ ਕਿਸੇ ਦੀ ਧੀ ਆ, ਭੈਣ ਆ। ਜੇ ਤੂੰ ਇਹ ਕੰਮ ਕਰੇਂਗਾ ਤਾਂ ਤੂੰ ਮੇਰਾ ਮੁੰਡਾ ਨਹੀਂ ਹੈਗਾ। ਫੋਨ 'ਤੇ ਦੇਖਿਆ ਸੀ ਸਾਨੂੰ, ਮੇਰੀ ਮੰਮੀ ਨੂੰ, ਮੇਰੀ ਸਿਸਟਰ ਨੂੰ, ਇਹਨੇ ਸਾਰੇ ਆਪਣੇ ਰੂਮ ਵਿੱਚ ਫੋਟੋਆਂ ਸਾਡੇ ਘਰ ਦੀਆਂ ਲਈਆਂ। ਕੀ ਨਹੀਂ ਤਾਂ ਆਪਣੇ ਘਰ ਨਹੀਂ ਲਾ ਸਕਦੇ। ਜੇ ਮੰਨ ਲਓ ਮੈਂ ਹੋਰ ਕਿਸੇ ਜੰਗ ਕੁੜੀ ਨਾਲ ਵੀ, ਚਲੋ ਮੈਂ ਇੰਡੀਆ ਵਿੱਚ, ਚਲੋ ਮੈਂ ਵਿਆਹ ਕਰਾ ਲੈਂਦਾ, ਪਰ ਇੱਦਾਂ ਕਦੀ ਨਹੀਂ ਸਮਝਣਾ ਉਹਨੇ ਜਿੱਦਾਂ ਇੰਨਾ ਸਮਝਿਆ। ਮੈਂ ਤਾਂ ਕਰਕੇ ਇਹਨਾਂ ਨਾਲ ਵਿਆਹ ਕਰਾਇਆ। ਮਾਂ ਨੂੰ ਬੜਾ ਚਾਅ ਹੁੰਦਾ ਨੌ ਆਈ ਹੈ ਨਾ, ਪਰ ਥੋੜ੍ਹਾ ਜਿਹਾ ਫਰਕ ਤਾਂ ਹੋ ਜਾਂਦਾ। ਲੈਂਗੁਏਜ ਤੋਂ ਤੁਹਾਨੂੰ ਭਾਸ਼ਾ ਦੀ ਪ੍ਰੋਬਲਮ ਆਉਂਦੀ ਹੈ ਨਾ, ਤੁਹਾਨੂੰ ਸਮਝ ਨਹੀਂ ਆ ਪਾਉਂਦਾ। ਫਿਰ ਤੁਸੀਂ ਕਿੱਦਾਂ ਡੀਲ ਕਰਦੇ ਹੋ? ਹਾਂਜੀ, ਅਸੀਂ ਥੋੜ੍ਹਾ ਬੜਾ ਇਸ਼ਾਰਾ ਕਰਕੇ ਦੱਸ ਦਈਦਾ, ਫਿਰ ਉਹ ਸਾਨੂੰ ਇਸ਼ਾਰਾ ਕਰਕੇ ਸਮਝਾ ਦਿੰਦੀ ਹੈ। ਲਾਈਕ ਜੋ ਮਰਜ਼ੀ ਕੋ ਕਹੀ ਜਾਏ ਸਾਨੂੰ, ਜਿੱਦਾਂ ਦੀ ਮੇਰੀਆਂ 2 ਧੀਆਂ ਉੱਦਾਂ ਦੀ ਮੇਰੀ ਤੀਜੀ ਧੀ। ਮੈਂ ਧੀ ਸਮਝੀ ਹੈ। ਬੇਟੇ ਨਾਲ ਵੀ ਆਪਾਂ ਪਹਿਲਾਂ ਗੱਲ ਕੀਤੀ ਹੈ। ਮੈਂ ਪੁੱਤ ਮੇਰੇ ਹੁਣ ਵੇਖ ਲੈ, ਬੁੱਢੀ ਆ, ਜਵਾਨ ਹੀ ਕੁੜੀ ਆ, ਹੁਣ ਜੋ ਕੁਛ ਤੂੰ ਕਰਨਾ ਕਰ ਲੈ, ਬਾਕੀ ਬਾਅਦ 'ਚ ਨਹੀਂ। ਮੈਂ ਤੈਨੂੰ ਜੇ ਤੂੰ ਕਹੇ ਮੈਂ ਛੱਡਣੀ ਹੈ ਨਾ, ਮੇਰੇ ਘਰ ਵੀ ਧੀਆਂ। ਮੈਂ ਇਹਨਾਂ ਨਾਲ ਸਾਰੀ ਲਾਈਫ, ਮੈਂ ਸਾਈਕਲ 'ਤੇ ਜਾਂਦਾ ਨਾ, ਇੱਥੋਂ 8-9 ਕਿਲੋਮੀਟਰ ਗੋਇੰਦਵਾਲ ਸਾਹਿਬ ਪੈਂਦਾ ਆ। ਅਤੇ ਮੈਂ ਇੱਕ ਵਾਰੀ ਐਕਸੀਡੈਂਟ ਵੀ ਹੋ ਗਿਆ ਮੇਰਾ। ਮੈਂ ਇਹਨਾਂ ਨੂੰ ਸਾਰੀ ਦੱਸੀ ਗੱਲ, ਅਤੇ ਇਹਨਾਂ ਰੋ ਪੈਣਾ ਜਿੱਦਾਂ ਮੈਂ ਆਪਣੀ ਲਾਈਫ ਸ਼ੇਅਰ ਕਰਨੀ। ਅਤੇ ਮੈਨੂੰ ਇਹ ਜ਼ਿਆਦਾ ਵਧੀਆ ਲੱਗਾ ਇਹਨਾਂ ਵਿੱਚ, ਮੈਂ ਤਾਂ ਇਹਨਾਂ ਨੂੰ ਵਿਆਹ ਕਰਾਉਣ ਲਈ ਕਿਹਾ ਜੀ। ਤੁਸੀਂ ਇਹਨਾਂ ਦੀ ਲਾਈਫ ਨੂੰ ਪਿੱਛੇ ਦੇਖਿਆ ਕਿ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਜਾਂ ਨਹੀਂ ਹੋਇਆ ਸੀ? ਇਹਨਾਂ ਮੈਨੂੰ ਦੱਸਿਆ, ਜਿੱਦਾਂ ਵੀ ਇਹਨਾਂ ਦੱਸਿਆ, ਇਹਨਾਂ ਵੀ 1% ਦਾ ਮੇਰੇ ਨਾਲ ਝੂਠ ਨਹੀਂ ਬੋਲਿਆ। ਜੋ ਕੁਛ ਇਹਨਾਂ ਨੇ ਮੈਨੂੰ ਸਾਰਾ ਕੁਛ ਦੱਸਿਆ। ਪਰ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਆਪਣੀ ਭੈਣ ਵੱਲ ਵੀ ਤਾਂ ਦੇਖਦਾ ਹੀ ਹਾਂ, ਉਹਦਾ ਵੀ ਡਿਵੋਰਸ ਹੋਇਆ, ਅਤੇ ਉਹਦੇ ਬਾਰੇ ਵੀ ਲੋਕ ਬਹੁਤ ਕੁਛ ਕਹਿੰਦੇ ਹੋਣਗੇ। ਅਤੇ ਇਹਨਾਂ ਦੱਸਿਆ ਮੈਨੂੰ, ਉਹਨੇ ਮੇਰੇ ਨਾਲ ਇੱਦਾਂ ਕੀਤਾ, ਉੱਦਾਂ ਕੀਤਾ। ਫਿਰ ਮੈਂ ਕਿਹਾ ਮੈਂ ਨਹੀਂ ਤੈਨੂੰ ਇੱਦਾਂ ਕਰਦਾ।
Facebook last year. We were talking for a whole year, and then we started talking about marriage. So I've tried coming here since like last end of summer, and Corona was a problem, his work was a problem, and then finally we got here, and I don't know, here we are, married. Do you like Punjab and Punjabi culture? Absolutely love it. Love the food, love the people. Food's a little spicy, but being that I'm from Arizona, we have Mexican food, so. ਅਸੀਂ ਵੀਡੀਓਜ਼ ਕੀ ਜਦੋਂ ਤੁਸੀਂ ਤੁਹਾਡਾ ਵਿਆਹ ਹੋਇਆ ਔਰ ਉਸ ਦੌਰਾਨ ਉਹ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਜਾਗੋ ਦੀਆਂ ਕਲਚਰ ਪੂਰੇ ਪੰਜਾਬੀ 'ਚ ਇਹਨਾਂ ਨੇ ਲਹਿੰਗਾ ਪਾਇਆ ਟ੍ਰੈਡੀਸ਼ਨਲ ਸਾਰਾ ਹੈ ਨਾ ਸਭ ਕੁਝ ਹੋਇਆ ਤਾਂ ਫਿਰ ਉਹ ਚੀਜ਼ਾਂ ਇਹਨਾਂ ਨੂੰ ਤੁਸੀਂ ਕਿਹਾ ਕਿਉਂਕਿ ਆਮ ਤੌਰ 'ਤੇ ਅਸੀਂ ਅੰਗਰੇਜ਼ਾਂ ਦੀ ਦੇਖਦੇ ਹਾਂ ਵਿਆਹ ਜਿਹੜਾ ਉਹ ਕ੍ਰਿਸਚਨ ਧਰਮ ਦੇ ਨਾਲ ਸੰਬੰਧਿਤ ਹੁੰਦੇ ਉੱਥੇ ਜਾ ਕੇ ਕਰਵਾਉਂਦੇ ਨੇ ਹੈ ਨਾ ਤਾਂ ਉਹਨਾਂ ਦੇ ਉਹ ਡਰੈਸ ਅਪ ਹੁੰਦਾ ਤੁਸੀਂ ਪੂਰੇ ਪੰਜਾਬੀ ਕਲਚਰ 'ਚ ਹੀ ਮੰਨ ਗਏ ਸੀਗੇ ਹਾਂਜੀ ਹਾਂਜੀ ਦੀਦੀ Ki roti, sarona saag makki ki roti, ਸਾਰੇ دیਵਾਨਾ ਕਰ ਦਿੰਦੇ aloo gobi is my favorite, and pani puri, noodles. Oh, his sister makes the best. Oh my gosh, the best noodles. ਨਾਰੀਅਲ ਪਾਣੀ Yes, nadia pani. Yes, yes. I love it all. ਯੂ ਟਰਾਈ ਪੰਜਾਬੀਓ ਸਤਿ ਸ਼੍ਰੀ ਅਕਾਲ Punjabi or sat sri akal? ਤੇ 10 ਦਿਨ ਸਾਡੇ ਘਰ ਬਸ ਮੇਲੇ ਲੱਗਾ ਰਿਹਾ ਬੀਬੀਆਂ ਵੇਖਣ ਵਾਲੀਆਂ ਆ ਜਾਣ ਬੋਲਣ ਵਾਲੀਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਫਿਰ ਇਹ ਵਿਚਾਰੇ ਨੇ ਸਿੱਖ ਲਿਆ ਹੌਲੀ ਹੌਲੀ ਫਿਰ ਹੁਣ ਗਲੇ ਵੀ ਲਾਉਂਦੀ ਸਾਰਿਆਂ ਨੂੰ ਮਿਲਦੀ ਉਹ ਕਈ ਗਾਲਾਂ ਸਿਖਾਉਂਦੇ ਮੈਂ ਕਿਹਾ ਇਹ ਕੰਮ ਨਹੀਂ ਸਿਖਾਉਣਾ ਅੰਗਰੇਜ਼ੀ ਚ ਗਾਲਾਂ ਤਾਂ ਠੀਕ ਹੈ ਪੰਜਾਬੀ ਚ ਅੰਗਰੇਜ਼ੀ ਗਾਲਾਂ ਕਿੱਦਾਂ ਕਿ ਹਾਂਜੀ ਪੰਜਾਬੀ ਸਿੱਖਦੀ ਹੈ ਪੰਜਾਬੀ ਫਿਰ ਸਮਝ ਆਉਂਦੀ ਹੈ ਫਿਰ ਹੱਸ ਪੈਂਦੀ ਕਈ ਵਾਰ ਮਗਰ ਬੋਲਦੀ ਹੈ ਕਹਿੰਦੇ ਚਾਵਲ ਜਿਹਾ ਕਹਿ ਦੇ ਫਿਰ ਵਿਚਾਰੀ ਬੋਲਦੀ ਚਾਵਲ ਜਿਹਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਮਨਦੀਪ ਕੌਰ ਸੰਧੂ ਕਹਿੰਦੇ ਨੇ ਕਿ ਪਿਆਰ ਕਦੇ ਵੀ ਨਾ ਤਾਂ ਉਮਰ ਦੇਖਦਾ ਨਾ ਜਾਤ ਦੇਖਦਾ ਨਾ ਮੁਲਕ ਦੇਖਦਾ ਹੈ ਇਹ ਦਿਲ ਤੋਂ ਜਿੱਥੇ ਲੱਗ ਜਾਂਦੀਆਂ ਨੇ ਉੱਥੇ ਫਿਰ ਲੱਗ ਹੀ ਜਾਂਦੀਆਂ ਨੇ ਤਾਂ ਇਹੋ ਜਿਹੀ ਇੱਕ ਕਹਾਣੀ ਬੜੀ ਪਿਆਰੀ ਸਾਹਮਣੇ ਆਈ ਹੈ ਕਪੂਰਥਲਾ ਦੇ ਪਿੰਡ ਫੱਤੂ ਢੀਂਗਾ ਦੀ ਜਿੱਥੋਂ ਦੇ ਰਹਿਣ ਵਾਲੇ ਨੌਜਵਾਨ ਨੂੰ ਜੋ ਨੌਜਵਾਨ ਪਹਿਲਾਂ ਦੁਬਈ 'ਚ ਰਹਿੰਦਾ ਸੀ ਉਹਦਾ ਜਿਹੜੀ ਪ੍ਰੇਮ ਕਹਾਣੀ ਸ਼ੁਰੂ ਹੁੰਦੀ ਹੈ ਅਮਰੀਕਾ ਦੇ ਵਿੱਚ ਤਾਂ ਅਮਰੀਕਾ ਦੀ ਇੱਕ ਗੋਰੀ ਦੇ ਨਾਲ ਉਹਨਾਂ ਨੂੰ ਪਿਆਰ ਹੋ ਜਾਂਦਾ ਤੇ ਕਿਸ ਤਰੀਕੇ ਨਾਲ ਇਹ ਪਿਆਰ ਪ੍ਰਵਾਨ ਚੜ੍ਹਦਾ ਹੈ ਮਾਪੇ ਵਿਆਹ ਕਰਦੇ ਨੇ ਬੜੇ ਚਾਵਾਂ ਦੇ ਨਾਲ ਤੇ ਅੱਜ ਉਸੇ ਕਹਾਣੀ ਨੂੰ ਤੁਹਾਡੇ ਸਾਹਮਣੇ ਅਸੀਂ ਬਿਆਨ ਕਰਾਂਗੇ ਅਸੀਂ ਉਹਨਾਂ ਦੇ ਘਰ ਪਹੁੰਚੇ ਹੋਏ ਹਾਂ ਹਾਲਾਂਕਿ ਇਹ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਇੱਧਰ ਉਹਨਾਂ ਦੇ ਲਵਪ੍ਰੀਤ ਦੀ ਮਾਤਾ ਜੀ ਨੇ ਅਸੀਂ ਉਹਨਾਂ ਨੂੰ ਨਾਲ ਮਿਲਾਵਾਂਗੇ ਤੁਹਾਨੂੰ ਨਾਲ ਜੋ ਕਿ ਅਮਰੀਕਾ ਤੋਂ ਸਪੈਸ਼ਲ ਜਿਹੜੇ ਇੱਥੇ ਪਹੁੰਚੇ ਨੇ ਇਹਨਾਂ ਦਾ ਨਾਮ ਹੈ ਸਟੇਸ਼ਾ ਕੇਡ ਸਟੀਵਰਟ ਐਂਡ ਇੱਧਰ ਨੇ ਲਵਪ੍ਰੀਤ ਸਿੰਘ ਇਹਨਾਂ ਦੇ ਹਮਸਫਰ ਨੇ ਔਰ ਕਿਸ ਤਰੀਕੇ ਨਾਲ ਇਹਨਾਂ ਦੀ ਕਹਾਣੀ ਜਿਹੜੀ ਹੈ ਸਿਰੇ ਚੜ੍ਹਦੀ ਹੈ ਪ੍ਰਵਾਨ ਹੁੰਦੀ ਹੈ ਵਿਆਹ ਤੱਕ ਦਾ ਸਫ਼ਰ ਰਹਿੰਦਾ ਹੈ ਅਸੀਂ ਸਾਰੀਆਂ ਗੱਲਾਂ ਪਤਾ ਕਰਾਂਗੇ ਸਪੈਸ਼ਲ ਦੱਸ ਦਿੰਦੇ ਕਿ ਇਸ ਵੇਲੇ ਹੁਣ ਇਹਨਾਂ ਦਾ ਨਾਮ ਜੈਸਮੀਨ ਰੱਖਿਆ ਗਿਆ ਹੈ ਔਰ ਜੈਸਮੀਨ ਨੂੰ ਸਵਾਲ ਕਰਾਂਗੇ ਔਰ ਬੜੀ ਪਿਆਰੀ ਪੰਜਾਬੀ ਹੌਲੀ ਹੌਲੀ ਸਿੱਖ ਰਹੇ ਨੇ ਬੋਲਣੀ ਅਤੇ ਜਿੰਨਾ ਕਿ ਇਹਨਾਂ ਨੇ ਸਿੱਖਿਆ ਔਰ ਥੋੜ੍ਹੀ ਬਹੁਤ ਇੰਗਲਿਸ਼ ਅਸੀਂ ਵੀ ਗੱਲ ਕਰਾਂਗੇ ਕੋਸ਼ਿਸ਼ ਇਹਨਾਂ ਨਾਲ ਇੰਗਲਿਸ਼ ਕਰਨ ਦੀ ਗੱਲ ਪਰ ਔਰ ਸਵਾਗਤ ਕਰਦੇ ਹਾਂ ਪੂਰਾ ਪਰਿਵਾਰ ਦਾ ਪ੍ਰੋ ਪੰਜਾਬ ਟੀਵੀ 'ਤੇ ਵੈਲਕਮ ਟੂ ਪ੍ਰੋ ਪੰਜਾਬ ਟੀਵੀ Thank you. ਔਰ ਮੈਂ ਸਭ ਤੋਂ ਸਤਿ ਸ਼੍ਰੀ ਅਕਾਲ ਸਰ Sat sri akal. ਸੋ ਸਤਿ ਸ਼੍ਰੀ ਅਕਾਲ ਇਹਨਾਂ ਨੇ ਬੁਲਾ ਲਿਆ ਔਰ ਅਸੀਂ ਪਹਿਲਾ ਸਵਾਲ ਲਵਪ੍ਰੀਤ ਨੂੰ ਕਰਾਂਗੇ ਕਿਉਂਕਿ ਹਾਲਾਂਕਿ ਬਹੁਤ ਸਾਰੇ ਸਵਾਲ ਵੀ ਲੋਕ ਕਰਦੇ ਨੇ ਉੱਠਦੇ ਵੀ ਆਏ ਨੇ ਸਵਾਲ ਲਵਪ੍ਰੀਤ ਦੇ ਇਸ ਵਿਆਹ 'ਤੇ ਅੱਜ ਅਸੀਂ ਸਾਰੇ ਉਹ ਸਵਾਲ ਜਾਣਾਂਗੇ ਸੋ ਲਵਪ੍ਰੀਤ ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੀ ਇਹ ਕਹਾਣੀ ਸ਼ੁਰੂ ਕਦੋਂ ਹੁੰਦੀ ਹੈ ਮੁਹੱਬਤ ਕਦੋਂ ਸ਼ੁਰੂ ਹੁੰਦੀ ਹੈ ਪਹਿਲਾਂ ਤਾਂ ਪੰਜਾਬ ਪ੍ਰੋ ਵੇਖਣ ਵਾਲੇ ਚੈਨਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਾਡੀ ਸਿਸਟਰ ਇੱਦਾਂ ਫਰਵਰੀ ਹਾਂਜੀ 2021 ਵਿੱਚ ਫਰਵਰੀ ਦੇ ਵਿੱਚ ਮੈਂ ਇਹਨਾਂ ਨੂੰ ਫੇਸਬੁੱਕ ਰਾਹੀਂ ਰਿਕੁਐਸਟ ਭੇਜੀ ਅਤੇ ਇਹਨਾਂ ਨੇ ਐਕਸੈਪਟ ਕੀਤੀ ਅਤੇ ਫਿਰ ਜਿੱਦਾਂ ਮੈਂ ਪਹਿਲੇ ਦਿਨ ਇਹਨਾਂ ਨੂੰ ਵਿਆਹ ਦਾ ਕਹਿ ਤਾ ਸੀਗਾ ਅਤੇ ਇਹਨਾਂ ਨੇ ਨਾ ਨਹੀਂ ਕੀਤੀ ਇਹਨਾਂ ਨੇ ਕਿਹਾ ਕੋਈ ਨਹੀਂ ਆਪਾਂ ਸੋਚਾਂਗੇ ਫਿਰ ਅਸੀਂ ਇੱਦਾਂ ਰੋਜ਼ ਗੱਲਬਾਤ ਕਰਦੇ ਫਿਰ ਵਿਆਹ ਲਈ ਮੰਨ ਗਏ ਅੱਛਾ ਜੀ ਹਾਂਜੀ ਸੋ ਫਿਰ ਅਸੀਂ ਇੱਕ ਕੁਐਸਚਨ ਤੁਹਾਨੂੰ ਕਰਾਂਗੀ ਮੈਂ ਜਿੱਦਾਂ ਕਿ ਵੀ ਆਲ ਵਾਂਟ
ਕਿ ਹਾਊ ਡੂ ਯੂ ਗਾਈਜ਼ ਮੀਟ ਈਚ ਅਦਰ? Well, we met on Facebook last year. We've been talking for we were talking for a whole year, and then we started talking about marriage. So I've tried coming here since like last end of summer, and Corona was a problem. His work was a problem, and then finally we got here, and I don't know. Here we are, married. So yeah. Do you like Punjab and Punjabi culture? Absolutely love it. Love the food, love the people. Food's a little spicy, but being that I'm from Arizona, we have Mexican food, so, but it's, yeah. ਕਹਿੰਦੇ ਕਿ ਵੀ ਪੰਜਾਬੀ ਵੀ ਪਸੰਦ ਹੈ, ਪੰਜਾਬੀ ਕਲਚਰ ਪਸੰਦ, ਥੋੜਾ ਸਪਾਈਸੀ ਖਾਂਦੇ ਨੇ ਆਪਾਂ, ਤੇਜ਼ ਖਾਣਾ ਖਾਣੇ ਨਾ, ਸੋ ਉਹਨਾਂ ਨੂੰ ਥੋੜਾ ਜਿਹਾ ਦਿੱਕਤ ਹੁੰਦੀ ਆ। ਔਰ ਤੁਹਾਨੂੰ ਪੁੱਛਾਂਗੇ ਲਵਪ੍ਰੀਤ, ਜਦੋਂ ਸ਼ੁਰੂਆਤ ਹੁੰਦੀ ਹੈ, ਤੁਸੀਂ ਦੱਸ ਰਹੇ ਸੀ ਕਰੋਨਾ ਦਾ ਵੀ ਸਮਾਂ ਆਇਆ, ਪ੍ਰੋਬਲਮ ਆਈਆਂ, ਇੱਧਰ ਵੀਜ਼ਾ ਨਹੀਂ ਆ ਰਿਹਾ ਸੀ, ਹੈ ਨਾ, ਤੁਸੀਂ ਨਹੀਂ ਆ ਪਾਏ ਸੀ, ਦੁਬਈ ਵਿੱਚ ਕਹਾਣੀ ਸ਼ੁਰੂ ਹੁੰਦੀ ਹੈ? ਹਾਂਜੀ, ਦੁਬਈ ਵਿੱਚ ਹੀ ਹੁੰਦੀ ਜੀ। ਮੈਂ ਦੁਬਈ ਵਿੱਚ ਸਟੋਨ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ, ਅਤੇ ਅਸੀਂ ਟਰਾਈ ਜਿੱਦਾਂ ਕਰਦੇ ਸੀ, ਅਤੇ ਕਰੋਨਾ ਕਰਕੇ ਇੰਡੀਆ ਦੇ ਵੀਜ਼ੇ ਬੈਨ ਸੀਗੇ ਅਤੇ ਨਹੀਂ ਆ ਸਕੇ। ਟਰਾਈ ਬਹੁਤ ਜ਼ਿਆਦਾ ਕੀਤੀ ਪਰ ਨਹੀਂ ਆ ਸਕੇ। ਫਿਰ ਮੇਰੀ ਪ੍ਰੋਬਲਮ ਹੋ ਗਈ, ਮੇਰਾ ਅਰਬਾਬ ਮੈਨੂੰ ਛੁੱਟੀ ਨਹੀਂ ਸੀ ਦਿੰਦਾ, ਅਤੇ ਹੁਣ ਉਹਨਾਂ ਛੁੱਟੀ ਦਿੱਤੀ, ਫਿਰ ਹੁਣ ਆਏ। ਹਾਂਜੀ। ਫਿਰ ਤੁਸੀਂ ਇੱਥੇ ਆਉਂਦੇ ਹੋ ਪੰਜਾਬ, ਪਹਿਲਾਂ ਤੁਸੀਂ ਆਉਂਦੇ ਹੋ, ਫਿਰ ਇਹਨਾਂ ਨੂੰ ਇਨਵਾਈਟ ਕਰਦੇ ਹੋ ਕਿ ਆਪਾਂ ਆਵਾਂਗੇ, ਤਾਂ ਫਿਰ ਇੰਡੀਆ ਕਦੋਂ ਆਉਂਦੇ ਨੇ? ਇਹ ਇੰਡੀਆ 11 ਤਰੀਕ ਨੂੰ ਆਉਂਦੇ, 11 ਮਾਰਚ ਨੂੰ ਆਉਂਦੇ ਆ, ਅਤੇ ਫਿਰ ਹੋਲੀਆਂ ਕਰਕੇ ਅਸੀਂ ਥੋੜ੍ਹਾ ਵਿਆਹ ਲੇਟ ਹੋ ਗਿਆ, ਫਿਰ 28 ਮਾਰਚ ਦਾ ਵਿਆਹ ਕੀਤਾ। ਹਾਂਜੀ। ਤਾਂ ਫਿਰ ਇਹਨਾਂ ਦੀ ਫੈਮਿਲੀ ਵੀ ਆਈ ਆ? ਨਹੀਂ ਦੀਦੀ, ਇਹਨਾਂ ਦੀ ਫੈਮਿਲੀ ਨਹੀਂ ਆਏ, ਬਸ ਇਕੱਲੇ ਹੀ ਆਏ ਆ, ਅਤੇ ਬਾਕੀ ਇਹਨਾਂ ਦੇ ਪੇਰੈਂਟਸ ਬਹੁਤ ਜ਼ਿਆਦਾ ਸਪੋਰਟ ਕਰਦੇ ਆ, ਇਹਨਾਂ ਦੇ ਮਦਰ, ਡੈਡ, ਬ੍ਰਦਰ, ਉਹਨਾਂ ਦੀ ਸਪੋਰਟ ਕਰਕੇ ਇੱਧਰ ਆਏ ਆ ਇਹ। ਹਾਂਜੀ, ਮੇਰੇ ਨਾਲ ਵੀ ਰੋਜ਼ ਗੱਲ ਕਰਦੇ, ਅਤੇ ਥੈਂਕ ਯੂ ਇਹਨਾਂ ਦਾ ਕਰਦੇ ਵੀ ਐਡੀ ਦੂਰੋਂ। ਦੀਦੀ ਲੋਕ ਤਾਂ ਬਹੁਤ ਕਮੈਂਟ ਕਰਦੇ, ਬੈਡ ਕਮੈਂਟ ਵੀ ਕਰਦੇ ਵੀ ਬਾਹਰ ਕਰਕੇ ਇੰਨਾ ਕੀਤਾ ਜਾਂ ਇੱਦਾਂ, ਪਰ ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣੀ ਲਾਈਫ ਬਾਰੇ, 2009 ਵਿੱਚ ਮੇਰਾ ਫਾਦਰ ਸਾਹਿਬ ਐਕਸਪਾਇਰ ਹੋ ਗਿਆ ਸੀ, ਅਤੇ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਂ ਆਪਣੀ ਜ਼ਿੰਦਗੀ ਵਿੱਚ, ਅਤੇ ਹੁਣ ਵੀ ਮੈਂ ਮਹਾਰਾਜ ਦੀ ਕਿਰਪਾ ਨਾਲ ਵਧੀਆ ਰੋਟੀ ਖਾਂਦੇ ਹਾਂ। ਇਹ ਨਹੀਂ 1500 ਮੇਰੀ ਬੇਸਿਕ ਸੈਲਰੀ ਉੱਥੇ ਦੁਬਈ ਵਿੱਚ, ਟਾਈਮ ਟੂਮ ਲਾ ਕੇ 1800 2000 ਆ ਜਾਂਦੀ, ਵਧੀਆ ਰੋਟੀ ਖਾਂਦੇ ਹਨ। 30-35 ਰੁਪਈਆ ਮੈਂ ਕਰਦਾ। ਲੋਕ ਕਹਿੰਦੇ ਵੀ ਇਹਨੇ ਬਾਹਰ ਜਾਣ ਕਰਕੇ ਕੀਤਾ, ਅਮਰੀਕਾ ਕਰਕੇ ਕੀਤਾ, ਗ੍ਰੀਨ ਕਾਰਡ ਕਰਕੇ ਕੀਤਾ, ਪਰ ਇੱਦਾਂ ਦਾ ਕੁਛ ਨਹੀਂ। ਇਹਦਾ ਦਿਲੋਂ ਪਿਆਰ ਕਰਦੇ ਹਾਂ ਅਤੇ ਦਿਲੋਂ ਕਰਦੇ ਰਹਾਂਗੇ, ਇਹਦੇ ਨਾਲ ਹੀ ਜੀਵਾਂਗੇ, ਇਹਦੇ ਨਾਲ ਹੀ ਮਰਾਂਗੇ ਜਿੱਦਾਂ ਵੀ। ਹਾਂਜੀ। ਤੇ ਫੈਮਿਲੀ ਇੱਧਰ ਕੋਈ ਪ੍ਰੋਬਲਮ ਤਾਂ ਨਹੀਂ ਆਈ? ਇਹਨਾਂ ਦੇ ਪੇਰੈਂਟਸ ਮੰਨ ਗਏ ਸੀਗੇ? ਹਾਂਜੀ, ਪਹਿਲਾਂ ਜਿੱਦਾਂ ਡੈਡੀ ਥੋੜ੍ਹਾ ਜਿਹਾ ਕਰਦਾ ਸੀ, ਜਿੱਦਾਂ ਇਹਨਾਂ ਨੇ ਦੀਦੀ ਇਹਨਾਂ ਮੈਨੂੰ ਦੱਸਿਆ, ਜਿੱਦਾਂ ਛੋਟੇ ਹੁੰਦੇ ਆ ਮੂਵੀ ਦੇਖਦੇ ਇੰਡੀਆ ਬਾਰੇ, ਵੀ ਇੰਡੀਆ 'ਚ ਇੱਦਾਂ, ਇੰਡੀਆ 'ਚ ਉੱਦਾਂ, ਪਰ ਮੈਂ ਕਿਹਾ ਦੀਦੀ ਆਪਾਂ ਇਹਨਾਂ ਨੇ ਜੋ ਵੀ ਸਹੀ ਦੱਸਿਆ ਵੀ ਮੈਂ ਵੀ ਪੰਜਾਬ ਤੋਂ ਬਾਹਰ ਆਪਾਂ ਕਿਤੇ ਨਹੀਂ ਗਏ, ਅਤੇ ਅਸੀਂ ਪੰਜਾਬ 'ਚ ਹੀ ਰਹਿੰਦੇ ਹਾਂ। ਫਿਰ ਇਹਨਾਂ ਨੇ ਜਿੱਦਾਂ ਹੁਣ ਆਏ ਦੇਖਦੇ, ਕਹਿੰਦੇ ਬਹੁਤ ਵਧੀਆ ਮੈਨੂੰ ਲੱਗਦਾ। ਅਸੀਂ ਦੇਖ ਰਹੇ ਸੀ ਵੀਡੀਓਜ਼ ਕਿ ਜਦੋਂ ਤੁਸੀਂ ਤੁਹਾਡਾ ਵਿਆਹ ਹੋਇਆ ਔਰ ਉਸ ਦੌਰਾਨ ਉਹ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਜਾਗੋ ਦੀਆਂ, ਕਲਚਰ ਪੂਰੇ ਪੰਜਾਬੀ 'ਚ ਇਹਨਾਂ ਨੇ ਲਹਿੰਗਾ ਪਾਇਆ, ਟ੍ਰੈਡੀਸ਼ਨਲ ਸਾਰਾ, ਹੈ ਨਾ, ਸਭ ਕੁਝ ਹੋਇਆ। ਤਾਂ ਫਿਰ ਉਹ ਚੀਜ਼ਾਂ ਇਹਨਾਂ ਨੂੰ ਤੁਸੀਂ ਕਿਹਾ ਨਹੀਂ, ਕਿਉਂਕਿ ਆਮ ਤੌਰ 'ਤੇ ਅਸੀਂ ਅੰਗਰੇਜ਼ਾਂ ਦੀ ਦੇਖਦੇ ਹਾਂ ਵਿਆਹ ਜਿਹੜਾ ਉਹ ਕ੍ਰਿਸਚਨ ਧਰਮ ਦੇ ਨਾਲ ਸੰਬੰਧਿਤ ਹੁੰਦੇ, ਉੱਥੇ ਜਾ ਕੇ ਕਰਵਾਉਂਦੇ ਨੇ, ਹੈ ਨਾ, ਤਾਂ ਉਹਨਾਂ ਦੇ ਉਹ ਡਰੈਸ ਅਪ ਹੁੰਦਾ। ਤੁਸੀਂ ਪੂਰੇ ਪੰਜਾਬੀ ਕਲਚਰ 'ਚ ਹੀ ਮੰਨ ਗਏ ਸੀਗੇ? ਹਾਂਜੀ ਹਾਂਜੀ ਦੀਦੀ, ਜਿੱਦਾਂ ਮੇਰੀ ਸਿਸਟਰ ਆਪਣਾ ਸਟਿਚਿੰਗ ਦਾ ਕੰਮ ਕਰਦੇ, ਅਤੇ ਅਸੀਂ ਇਹਨਾਂ ਨੂੰ ਪਹਿਲਾਂ ਡਰੈਸ ਭੇਜੀਆਂ ਸੀ ਇੱਥੋਂ, ਪੰਜਾਬੀ ਡਰੈਸ ਭੇਜੀਆਂ ਸੀ, ਅਤੇ ਇਹਨਾਂ ਨੂੰ ਥੋੜ੍ਹਾ ਸਾਈਜ਼ ਨਹੀਂ ਜਿੱਦਾਂ ਆਇਆ, ਅਤੇ ਬਾਕੀ ਪਸੰਦ ਕਰਦੇ ਸੀ ਡਰੈਸ। ਇਹਨਾਂ ਨੂੰ ਡਰੈਸ 'ਚ ਕੋਈ ਪ੍ਰੋਬਲਮ ਨਹੀਂ ਆਈ, ਇਹਨਾਂ ਪਸੰਦ ਕੀਤੀ। ਹਾਂਜੀ, ਹੁਣ ਵੀ ਜ਼ਿਆਦਾ ਲਾਈਕ ਪੰਜਾਬੀ ਡਰੈਸ ਹੀ ਕਰਦੇ। ਤੁਹਾਨੂੰ ਫੋਟੋਆਂ ਭੇਜਾਂਗੇ, ਉਹ 'ਚ ਜ਼ਿਆਦਾ ਇਹਨਾਂ ਪੰਜਾਬੀ ਡਰੈਸ ਹੀ ਪਾਈ। ਹਾਂਜੀ ਜੀ। How are you enjoying this? Absolutely love it. Loved India. Love the culture. Love the people. It's definitely different. I will definitely return for a vacation in the future. What's your future plan? You wanna go back? You wanna stay here? No, actually, I'm going to go back here in just a few days, and then I'm going to submit his paperwork for his green card. And then I'll be back to visit until he gets his green card, and then he'll be coming home with me. ਤਾਂ ਫਿਰ ਤੁਹਾਡਾ ਕਿੱਦਾਂ ਪਲਾਨ? ਹੁਣ ਤੁਹਾਡੇ ਨਾਲ ਜਾਓਗੇ, ਫਿਰ ਵੀਜ਼ਾ ਕੋਈ ਫਾਈਲ ਲਗਾਈ ਹੈ ਤੁਸੀਂ? ਨਹੀਂ ਦੀਦੀ, ਹਜੇ ਤਾਂ ਕੁਛ ਨਹੀਂ ਇਹਦੇ ਬਾਰੇ ਸੋਚਿਆ। ਇਹ ਜਾਣਗੇ ਅਤੇ ਫਿਰ ਜਿੱਦਾਂ ਪਰਮਾਤਮਾ ਨੂੰ ਮਨਜ਼ੂਰ ਹੋਏਗਾ। ਹਾਂਜੀ, ਕਈ ਤਾਂ ਇੱਦਾਂ ਕਹਿੰਦੇ ਵੀ ਬਾਹਰ ਕਰਕੇ ਕੀਤਾ। ਜੇ ਦੀਦੀ ਦੇਖੋ, ਪਹਿਲਾਂ ਸਾਡਾ ਇੱਕ ਰੂਮ ਹੀ ਹੁੰਦਾ ਸੀਗਾ। ਹਾਂਜੀ, ਹੁਣ ਤਾਂ ਚਲੋ ਮਹਾਰਾਜ ਨੇ ਬਹੁਤ ਗਰੀਬੀ ਵੀ ਦੇਖੀ ਆਪਣੀ ਜ਼ਿੰਦਗੀ ਵਿੱਚ, ਪਰ ਸਾਰਾ ਮਾਇੰਡ ਵਿੱਚ ਆ, ਆਪਾਂ ਆਪਣੀ ਕਾਤ ਨਹੀਂ ਕਦੇ ਵੀ ਭੁੱਲਾਂਗੇ।
ਤੇ ਜਿੱਦਾਂ ਵੀ ਹੋਏਗਾ ਪਰਮਾਤਮਾ ਨੂੰ ਉਦਾਂ ਹੀ ਕਰਾਂਗੇ। ਇਹ ਨਹੀਂ ਵੀ ਆਪਾਂ ਬਾਹਰ ਜਾ ਕੇ ਜਾਂ ਇਹਨੂੰ ਛੱਡ ਦੇਣਾ, ਇਹ ਕਰਕੇ ਨਹੀਂ ਵੀ ਆਪਾਂ ਆਪਣੀ ਲਾਈਫ ਕਰਕੇ ਨਹੀਂ ਕੀਤਾ। ਮੈਂ ਬਹੁਤ ਵਧੀਆ ਰੋਟੀ ਖਾਂਦਾ ਪਹਿਲਾਂ, ਹਾਂਜੀ, ਪਰ ਪਲੀਜ਼ ਮੈਂ ਹੱਥ ਜੋੜ ਕੇ ਰਿਕੁਐਸਟ ਕਰਦਾ, ਬੈਡ ਕਮੈਂਟ ਨਾ ਕਰਿਓ। ਹਾਂਜੀ, ਉਹਨਾਂ ਨੂੰ ਕੁਝ ਸਮਝ ਆਉਂਦਾ ਹੈ ਨਾ ਥੋੜ੍ਹਾ ਥੋੜ੍ਹਾ ਕਿ ਹਾਂ ਕਿ ਪੁੱਛਦੇ ਆ ਤੁਹਾਨੂੰ ਜਦੋਂ, ਕਿਉਂਕਿ ਬਹੁਤ ਸਾਰੇ ਤੁਹਾਡੇ ਇੰਟਰਵਿਊਜ਼ ਹੋ ਵੀ ਰਹੀਆਂ ਨੇ ਹੈ ਨਾ, ਓਕੇ, ਐਂਡ ਲੋਕ ਬਹੁਤ ਕੁਝ ਕਹਿੰਦੇ, ਅਸੀਂ ਲੋਕ ਕੀ ਕਹਿਣਗੇ ਜੇ ਅਸੀਂ ਸੋਚਣ ਲੱਗ ਗਏ ਤਾਂ ਸ਼ਾਇਦ ਅਸੀਂ ਜ਼ਿੰਦਗੀ 'ਚ ਅੱਗੇ ਵਧਣਾ ਹੀ ਬੰਦ ਕਰ ਦਾਂਗੇ। ਇਹ ਵੀ ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਤੇ ਜਿੱਦਾਂ ਇਹਨੂੰ ਬੈਡ ਕਮੈਂਟ ਕਰਦੇ ਮੈਨੂੰ ਸਹੀ ਨਹੀਂ ਲੱਗਦਾ। ਮੈਂ ਹੱਥ ਜੋੜ ਕੇ ਪਲੀਜ਼ ਕਹਿੰਦਾ, ਬੈਡ ਕਮੈਂਟ ਨਾ। ਤੁਸੀਂ ਇਮੋਸ਼ਨਲ ਹੋ ਵੀਰੇ, ਹੈ ਨਾ, ਇਮੋਸ਼ਨਲ ਨਹੀਂ ਹੋਣਾ। ਸੋ ਉਹ ਤੁਹਾਡੇ ਹਮਸਫਰ ਨੇ, ਔਰ ਉਹਨਾਂ ਦੇ ਵੀ ਆਈਸ 'ਚ ਪਾਣੀ ਆ ਗਿਆ ਨਾ, ਕਿਉਂਕਿ ਉਹਨਾਂ ਨੂੰ ਥੋੜ੍ਹਾ ਹਰਟ ਫੀਲ ਹੁੰਦਾ ਉਹਨਾਂ ਨੂੰ ਵੀ। ਸੋ ਮੈਂ ਨਹੀਂ ਚਾਹੂੰਗੀ ਤੁਸੀਂ ਵੀਰੇ ਹੈ ਨਾ ਰੋਵੋ ਨਾ। ਸੋ ਹਾਊ ਇਜ਼ ਫੀਲ? I love this guy. Totally love this guy. I love this whole family. Yeah, he's my whole heart. Definitely different than any guy that I've met in the USA. Very respectful, loving, caring. Treats me like a princess. Never had that before. And his family is absolutely wonderful. So, yeah, wonderful. ਜੇ ਮੀਆਂ ਬੀਵੀ ਰਾਜੀ ਤਾਂ ਫਿਰ ਕੀ ਕਰੇਗਾ ਕਾਜੀ? ਅਸੀਂ ਕਿਉਂ ਹੁੰਨੇ ਆ ਸਵਾਲ ਚੁੱਕਣ ਵਾਲੇ? ਸਾਨੂੰ ਹੱਕ ਨਹੀਂ ਦਿੱਤਾ ਕਿਸੇ ਨੇ ਵੀ ਇਸ ਤਰ੍ਹਾਂ ਦਾ ਸਵਾਲ ਚੁੱਕਣ ਦਾ। ਉਹਨਾਂ ਦੀ ਆਪਣੀ ਜ਼ਿੰਦਗੀ ਹੈ ਔਰ ਠੀਕ ਹੈ, ਹਰ ਕੋਈ ਆਪਣੀ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦਾ ਹੈ। ਮਾਤਾ ਜੀ ਵੀ ਭਾਵੁਕ ਹੋ ਗਏ ਨੇ, ਔਰ ਦੇਖੋ ਸਪੈਸ਼ਲੀ ਕਿ ਇਹਨਾਂ ਦਾ ਹਾਰਟ ਦੇਖੋ, ਦਿਲ ਦੇਖੋ ਇਹਨਾਂ ਦਾ ਕਿੰਨਾ ਸੋਹਣਾ ਹੈ। ਔਰ ਗੱਲਾਂ ਸੁਣ ਕੇ ਸਾਡੀ ਫੀਲਿੰਗ ਨੂੰ ਜੇ ਸਾਡੀ ਭਾਸ਼ਾ ਨਹੀਂ ਸਮਝਦੇ, ਸਾਡੀਆਂ ਫੀਲਿੰਗ ਨੂੰ ਤਾਂ ਸਮਝਦੇ ਨੇ ਨਾ। ਜੇ ਸਾਡੀ ਲੈਂਗੁਏਜ ਨਹੀਂ ਉਹਨਾਂ ਨੂੰ ਸਮਝ ਆਉਂਦੀ, ਅਸੀਂ ਉਹਨਾਂ ਦੀ ਲੈਂਗੁਏਜ ਨੂੰ ਨਹੀਂ ਸਮਝ ਪਾਉਂਦੇ ਜਾਂ ਉਹ ਸਾਡੀ ਲੈਂਗੁਏਜ ਨਹੀਂ ਸਮਝ ਪਾਉਂਦੇ, ਤਾਂ ਕਸੂਰ ਉਹਨਾਂ ਦਾ ਨਹੀਂ ਹੈ। ਉਹ ਉੱਥੋਂ ਦੇ ਰਹਿਣ ਵਾਲੇ ਨੇ, ਉਹ ਆਪਣੀ ਭਾਸ਼ਾ 'ਚ ਪਰਪੱਕ ਨੇ। ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਅਸੀਂ ਪੰਜਾਬੀ ਬੋਲਦੇ ਹਾਂ, ਤਾਂ ਉਹਨਾਂ ਦਾ ਦਿਲ ਜਿਹੜਾ ਦੇਖੋ ਵੀ ਇਮੋਸ਼ਨਲ ਹੋ ਗਈ ਗੱਲਾਂ ਸੁਣ ਕੇ ਕਿ ਮੇਰੇ ਪਤੀ ਦੀ ਅੱਖਾਂ 'ਚ ਹੰਝੂ ਆਏ ਨੇ, ਤਾਂ ਉਹ ਵੀ ਭਾਵੁਕ ਹੋਏ ਨੇ, ਇਮੋਸ਼ਨਲ ਹੋ ਗਏ ਨੇ। ਤਾਂ ਫੀਲਿੰਗਸ ਦੀ ਕਦਰ ਜਿਹੜੀ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਵੀਰੇ ਮੈਂ ਸਵਾਲ ਕਰਾਂਗੀ, ਜਦੋਂ ਯੂ ਟਾਕ ਓਕੇ, ਜਦੋਂ ਤੁਸੀਂ ਮਿਲਦੇ ਹੋ ਆਪਸ ਵਿੱਚ ਹੈ ਨਾ, ਤੁਸੀਂ ਇਹਨਾਂ ਨੂੰ ਪ੍ਰਪੋਜ਼ ਕਰਦੇ ਹੋ, ਤਾਂ ਫਿਰ ਕਾਫੀ ਲੰਬਾ ਸਮਾਂ ਫੇਸਬੁੱਕ 'ਤੇ ਤੁਹਾਡੀ ਗੱਲ ਹੁੰਦੀ ਰਹਿੰਦੀ ਹੈ, ਤਾਂ ਫਿਰ ਤੁਸੀਂ ਵਿਆਹ ਦਾ ਕਹਿੰਦੇ ਹੋ ਤਾਂ ਇੱਧਰ ਮੰਨ ਜਾਂਦੇ, ਤਾਂ ਤੁਹਾਡੇ ਮੰਮੀ ਪਾਪਾ ਇੱਧਰ ਮੰਮੀ ਯਾਨੀ ਮੰਨ ਜਾਂਦੇ ਨੇ? ਹਾਂ ਦੀਦੀ ਦੇਖੋ, ਮੈਂ ਜਿੱਦਣ ਇਹਨਾਂ ਨੇ ਜੈਸ ਕੀਤੀ ਨਾ ਵਿਆਹ ਲਈ, ਅਤੇ ਮੈਂ ਉੱਦਣ ਹੀ ਆਪਣੀ ਮੰਮਾ ਨੂੰ ਵਟਸਐਪ 'ਤੇ ਗਰੁੱਪ ਕਾਲ ਕਰਕੇ, ਅਤੇ ਮੰਮੀ ਮੇਰੀ ਫੈਮਿਲੀ ਦੀ ਬਹੁਤ ਜ਼ਿਆਦਾ ਸਪੋਰਟ ਰਹੀ ਸਾਨੂੰ। ਅਤੇ ਦੇਖੋ ਮੇਰੀ 29 ਈਅਰਸ ਓਲਡ ਹੋ ਗਈ, ਅੱਜ ਤੱਕ ਕੋਈ ਨਸ਼ਾ ਕੁਛ ਨਹੀਂ, ਜਾਣੀ ਕਿ ਆਪਣੀ ਸ਼ੁਰੂ ਤੋਂ ਹੀ ਜਿੱਦਾਂ ਘਰ ਦੀ ਮਜਬੂਰੀ, ਤੁਹਾਨੂੰ ਦੱਸਿਆ ਮੇਰੇ ਡੈਡੀ ਜੀ ਦੀ ਡੈਥ ਹੋਣ ਕਰਕੇ ਪਹਿਲਾਂ ਖੇਤੀਬਾੜੀ ਦਾ ਕੰਮ ਕਰਦੇ, ਫਿਰ ਇੱਥੇ ਪਾਵਰ ਪਲਾਂਟ ਵੀ ਮੈਂ ਲੱਗਾ ਰਿਹਾ 2 ਸਾਲ, ਇੱਥੇ ਵੀ ਲੱਗਾ ਰਿਹਾ। ਅਤੇ ਫਿਰ ਮੇਰਾ ਜੀਜਾ ਜੀ ਬਾਹਰ ਨੇ, ਉਹਨਾਂ ਨੇ ਮੇਰਾ ਵੀਜ਼ਾ ਕਢਾਇਆ, ਫਿਰ ਉੱਥੇ ਜਾ ਕੇ ਮੈਂ 12 ਘੰਟੇ 13 ਘੰਟੇ ਕੰਮ ਕੀਤਾ ਬਾਹਰ ਵੀ, ਅਤੇ ਮੈਂ ਸਾਰਾ ਕੁਛ ਇਹਨਾਂ ਨੂੰ ਦੱਸਿਆ, ਅਤੇ ਇਹਨਾਂ ਨੇ ਜਿੱਦਾਂ ਸਮਝਿਆ। ਅਤੇ ਜਿੱਦਾਂ ਮੈਂ ਆਪਣਾ ਹਾਰਡ ਵਰਕ ਕਰਦਾ ਹੁੰਦਾ ਸੀ ਉੱਥੇ, ਅਤੇ ਕਹਿੰਦੇ ਤੂੰ ਇੰਨਾ ਹਾਰਡ ਵਰਕ ਕੰਮ ਕੋਈ ਗੱਲ ਨਹੀਂ, ਤੁਸੀਂ ਪਲੀਜ਼ ਹੈ ਨਾ ਆਪਣੇ ਆਪ ਨੂੰ ਸੰਭਾਲੋ। ਬਿਲਕੁਲ ਉਹ ਲੋਕ ਨਹੀਂ ਜਾਣਦੇ ਕਿ ਇਹਨਾਂ ਦੀ ਮਿਹਨਤ ਪਿੱਛੇ ਕੀ ਹੈ, ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ। ਔਰ ਅਸੀਂ ਲੋਕ ਨਾ ਕਰੈਕਟਰ ਸਰਟੀਫਿਕੇਟ ਬਹੁਤ ਛੇਤੀ ਦੇਣਾ ਸ਼ੁਰੂ ਕਰ ਦਿੰਦੇ ਹਾਂ। ਸੋ ਕਦੇ ਨਹੀਂ ਕਿਸੇ ਦੀ ਲਾਈਫ 'ਤੇ ਕਮੈਂਟ ਕਰਨਾ, ਕਿਉਂਕਿ ਬਹੁਤ ਇਮੋਸ਼ਨਲ ਹੋਏ ਬੈਠੇ ਨੇ। ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸਾਰੇ ਇੱਕ ਘਰ ਦੇ ਵਿੱਚ ਖੁਸ਼ੀਆਂ ਆਈਆਂ, ਘਰ 'ਚ ਨੌਂ ਆਉਂਦੀ ਹੈ ਤਾਂ ਮਾਂ ਬੜੇ ਚਾਅ ਕਰਦੀ ਹੈ, ਅਤੇ ਪਰ ਅਸੀਂ ਨਹੀਂ ਚਾਹੁੰਦੇ ਕਿ ਇਹ ਮਾਂ ਦੀ ਅੱਖਾਂ 'ਚ ਹੰਝੂ ਹੋਣ। ਸੋ ਮਾਤਾ ਜੀ ਕੋਈ ਗੱਲ ਨਹੀਂ, ਤੁਸੀਂ ਭਾਵੁਕ ਨਹੀਂ ਹੋਣਾ। ਤੁਹਾਡਾ ਬੇਟੇ ਨੇ ਜੇ ਮਿਹਨਤ ਕੀਤੀ ਹੈ ਤਾਂ ਆਪਣੀ ਇੱਛਾ ਹੁੰਦੀ ਹੈ ਹਰ ਇੱਕ ਨੂੰ ਵਿਆਹ ਕਰਵਾਉਣ ਦੀ, ਤਾਂ ਬੜੇ ਲੋਕ ਵਿਆਹ ਕਰਵਾਉਂਦੇ ਨੇ ਇੱਥੇ, ਬੜਿਆਂ ਦੀ ਲਵ ਮੈਰਿਜ ਹੁੰਦੀ ਹੈ। ਜ਼ਰੂਰੀ ਨਹੀਂ ਕਿ ਗੋਰੀ ਨਾਲ ਨਹੀਂ, ਤਾਂ ਪੰਜਾਬੀ ਕੁੜੀਆਂ ਨਾਲ ਵੀ ਤਾਂ ਵਿਆਹ ਕਰਾ ਦਿੰਦੇ। ਤੁਸੀਂ ਕਿਉਂ ਇੰਨਾ ਭਾਵੁਕ ਹੋ ਗਏ ਹੋ? ਜਦੋਂ ਬੇਟਾ ਹੋਵੇ ਤਾਂ ਫਿਰ ਮਾਂ ਦੇ ਪੁੱਛੇ ਜਾਂਦਾ, ਕੋਈ ਬਾਤ ਨਹੀਂ ਸੋਚਦੀ ਮੇਰੇ ਬੱਚੇ ਦੇ ਅੱਖਾਂ 'ਚ ਹੰਝੂ ਆਉਣ ਖੁਸ਼ੀ ਟਾਈਮ। ਪਰ ਅਸੀਂ ਬਹੁਤ ਵਧੀਆ ਲਾਈਕ ਕਰਨੇ ਆ, ਸਾਡਾ ਜੋ ਪਰਮਾਤਮਾ ਨੇ ਕੀਤਾ ਬਹੁਤ ਵਧੀਆ ਕੀਤਾ। ਜੋ ਇਹ ਸਾਡਾ ਬੇਟਾ ਖੁਸ਼ ਤਾਂ ਅਸੀਂ ਵੀ ਖੁਸ਼ ਆ।
ਤੁਹਾਡੇ ਜਦੋਂ ਆਣੀ ਸੀ ਨੌ ਰਾਣੀ ਘਰ, ਉਦੋਂ ਆਂਢੀਆਂ ਗੁਆਂਢੀਆਂ ਨੇ ਦੱਸਿਆ ਕਿ ਅਸੀਂ ਉਹ ਅਮਰੀਕਾ ਤੋਂ ਆਉਣੀ ਆ ਨੌ, ਤਾਂ ਉਦੋਂ ਖੁਸ਼ ਸੀ ਜਾਂ ਕਿਸੇ ਨੇ ਕੁਝ ਕਿਹਾ ਤਾਂ ਨਹੀਂ? ਨਹੀਂ ਨਹੀਂ ਜੀ, ਸਾਡੇ ਆਪਣੇ 6-7 ਘਰ ਏ। ਅਸੀਂ ਬਹੁਤ ਵਧੀਆ ਰੂਮ ਸਜਾਇਆ, ਅਸੀਂ ਕੇਕ ਲਿਆਂਦਾ, ਮਤਲਬ ਵੈਲਕਮ ਕੀਤਾ। ਅਸੀਂ ਲੈਣ ਖੁਦ ਮੈਂ ਨਾਲ ਗਈ ਹਾਂ, ਬੇਟਾ ਮੇਰਾ ਛੋਟਾ ਦੋਤਾ ਗਿਆ ਨਾਲ। ਅਸੀਂ ਬਹੁਤ ਉੱਥੇ ਪਾਰਟਿਸਪੇਟ ਕੀਤਾ ਵਾ, ਬਹੁਤ ਵਧੀਆ ਖੁਸ਼ੀ ਕੀਤੀ ਹੈ, ਕੇਕ ਵੀ ਕਟਾਇਆ ਸੀ। ਨੌ ਨੂੰ ਬੜਾ ਜੋ ਆਉਂਦੀ ਹੈ ਘਰ, ਮਾਂ ਨੂੰ ਬੜਾ ਚਾਅ ਹੁੰਦਾ ਨੌ ਆਈ ਹੈ ਨਾ, ਪਰ ਥੋੜਾ ਜਿਹਾ ਫਰਕ ਤਾਂ ਹੋ ਜਾਂਦਾ ਲੈਂਗੁਏਜ ਤੋਂ, ਤੁਹਾਨੂੰ ਭਾਸ਼ਾ ਦੀ ਪ੍ਰੋਬਲਮ ਆਉਂਦੀ ਹੈ ਨਾ, ਤੁਹਾਨੂੰ ਸਮਝ ਨਹੀਂ ਆ ਪਾਉਂਦਾ, ਫਿਰ ਤੁਸੀਂ ਕਿੱਦਾਂ ਡੀਲ ਕਰਦੇ ਹੋ? ਹਾਂਜੀ, ਅਸੀਂ ਥੋੜਾ ਬੜਾ ਇਸ਼ਾਰਾ ਕਰਕੇ ਦੱਸ ਦਈਦਾ, ਫਿਰ ਉਹ ਸਾਨੂੰ ਇਸ਼ਾਰਾ ਕਰਕੇ ਸਮਝਾ ਦਿੰਦੀ ਹੈ, ਲਾਈਕ ਚਾਹੇ ਓਕੇ ਕਹਿ ਦਿੰਦੀ ਹੈ, ਫਿਰ ਅਸੀਂ ਵੀ ਅੱਗੋਂ ਓਕੇ ਕਹਿ ਦਈਦਾ। ਸੱਸ ਦੀ ਇੱਕ ਬੜੀ ਇੱਛਾ ਹੁੰਦੀ ਕਿ ਨੌ ਜਦੋਂ ਆਉਂਦੀ ਹੈ ਰਸੋਈ ਦੇ ਵਿੱਚ ਆਉਂਦੀ ਹੈ, ਕੰਮ ਕਾਜ ਕਰਾਉਂਦੇ ਕਿ ਸਾਡੀ ਹੁਣ ਪਿੰਡ ਨੌ ਦੀ ਪਹਿਲੀ ਰਸੋਈ ਹੈ, ਉਹ ਸ਼ਗਨ ਕੀਤਾ ਇਹਨਾਂ ਦੇ ਨਾਲ? ਹਾਂਜੀ ਹਾਂਜੀ, ਬਹੁਤ ਵਧੀਆ ਨਾਲ ਸਾਡੇ। ਅੱਛਾ, ਸ਼ਗਨ ਕੀਤਾ ਰਸੋਈ ਵਾਲਾ? ਇਹਨੇ ਵਿਚਾਰੇ ਨੇ ਕੌਫੀ ਬਣਾਉਣੀ, ਹੋਰ ਤੇ ਇਹਨਾਂ ਨੂੰ ਬਣਾਉਣਾ ਨਹੀਂ ਕੁਛ ਆਉਂਦਾ। ਕੌਫੀ ਬਣਾਈ ਇਹਨਾਂ ਤੇ ਬਹੁਤ ਵਧੀਆ। ਤੁਸੀਂ ਕਾਫੀ ਪੀਤੀ? ਹਾਂਜੀ, ਕੌਫੀ ਪੀਤੀ, ਬਹੁਤ ਵਧੀਆ। ਅੱਛਾ ਜੀ। ਆਪਣੇ ਹਿਸਾਬ ਨਾਲ ਉਹਨੇ ਵਿਚਾਰੇ ਨੇ ਬਣਾਉਣੀ ਸੀ, ਸਾਡੇ ਹਿਸਾਬ ਨਾਲ ਤੇ ਕੋਈ ਵੀ ਮਤਲਬ ਚਾਹ ਚੂ ਅਸੀਂ ਪਹਿਲਾਂ ਬਣਾ ਕੇ ਦੇ ਦਿੱਤੀ, ਪੀ ਲੈਂਦੇ ਹੁੰਦੇ। ਹੁਣ ਜਿੱਦਾਂ ਦੀ ਮਸ਼ੀਨ ਆ ਗਈ, ਕੌਫੀ ਬਣਾ ਲੈਂਦੇ ਆਪ ਹੀ, ਤੇ ਬਹੁਤ ਵਧੀਆ। ਸਾਡਾ ਕੋਈ ਚੀਜ਼ ਅਸੀਂ ਬਣਾਈ ਉੱਥੇ ਰਸੋਈ 'ਚ ਜਾ ਖਲੋ ਜਾਣਾ। Which food like Punjabi food? Which do I like the best? Oh my gosh, I like it all. Probably this makki ki roti, sarona saag makki ki roti. ਪੰਜਾਬੀ ਸਾਰੇ دیਵਾਨਾ ਕਰ ਦਿੰਦੇ ਆ। Aloo gobi is my favorite, and pani puri, noodles. Oh, his sister makes the best. Oh my gosh, the best noodles. ਨਾਰੀਅਲ ਪਾਣੀ, Yes, Nadia pani. Yes, yes. I love it all. ਜਿੱਦਣ ਇਹਨੇ ਆਉਣਾ ਸੀ ਉਦਣ ਸਾਨੂੰ ਆਂਦੇ ਵੀ ਅਸੀਂ ਕਿਹਾ ਕੀ ਬਣਾਈਏ ਇਹਦੇ ਲਈ ਸਪੈਸ਼ਲ, ਕਹਿੰਦੇ ਆਲੂ ਗੋਭੀ ਤੇ ਨਾਲ ਰਾਈਸ। ਹਾਂਜੀ, ਫਿਰ ਅਸੀਂ ਉਹੀ ਬਣਾਏ, ਉਹੀ ਵਿਚਾਰੀ ਖਾ ਕੇ ਤੇ ਨਹਾ ਕੇ ਮੁੜ ਕੇ ਸੌਂ ਗਈ। ਮੇਨ ਦੇਖੋ ਦੀਦੀ, ਇਹ ਆਪਣੇ ਜਿੱਦਾਂ ਘਰ ਦਾ ਹੀ ਇਹਨਾਂ ਨੂੰ ਜੋ ਦੇ ਦੀ ਇਹਨਾਂ ਖਾ ਲੈਣਾ, ਇਹ ਨਹੀਂ ਵੀ ਮੈਂ ਆਹ ਖਾਣਾ ਆ ਖਾਣਾ, ਇਹ ਪਸੰਦ ਕਰਦੇ ਘਰ ਦਾ। ਪਹਿਲਾਂ ਜਿੱਦਾਂ ਅਸੀਂ ਦੱਸੀਦਾ ਕਿ ਇਹਨੂੰ ਮੰਮੀ ਦੱਸਦੇ ਹੁੰਦੇ ਸੀ ਵੀ ਇੱਥੇ ਸਾਡੇ ਪਿੰਡ 'ਚ ਹੀ ਵੀ ਮੇਰੀ ਨੂੰਹ ਨੇ ਅਮਰੀਕਾ ਤੋਂ ਆਉਣਾ, ਕੁਝ ਯਕੀਨ ਨਹੀਂ ਕਰਦਾ ਹੁੰਦਾ ਵੀ ਦੇਸੀ ਜਿਹਾ ਮੁੰਡਾ ਘੱਟ ਪੜਿਆ ਕਿੱਥੋਂ, ਤੇ ਜਦੋਂ ਹੁਣ ਆ ਗਏ ਹੁਣ ਦੂਜੇ ਬੰਨੇ ਹੋ ਗਏ ਵੀ ਇਦਾਂ ਏਜ ਆ ਇਦਾਂ ਆ। ਹਾਂਜੀ, ਏਜ ਡਿਫਰੈਂਸ ਤੁਹਾਡੇ ਵਿੱਚ ਹੈਗਾ ਹੈ ਨਾ, ਏਜ ਨੂੰ ਲੈ ਕੇ ਵੀ, ਔਰ ਉੱਥੇ ਦੇ ਸਵਾਲ ਜ਼ਰੂਰ ਇਸੇ ਕਰਕੇ ਸ਼ਾਇਦ ਮੇਰੇ ਨਾਲ ਲੋਕ ਚੱਕ ਰਹੇ ਨੇ ਕਿ ਤੁਹਾਨੂੰ ਲੋਕ ਇਹ ਸ਼ਾਇਦ ਇਹ ਕਹਿ ਰਹੇ ਨੇ ਕਿ ਪੀਆਰ ਕਰਕੇ, ਅਮਰੀਕਾ ਦੀ ਪੀਆਰ ਕਰਕੇ ਤੁਸੀਂ ਚੱਲੇ ਹੋ ਉੱਧਰ, ਹੈ ਨਾ, ਤਾਂ ਸ਼ਾਇਦ ਲੋਕੀ ਇਹੀ ਕਰਕੇ ਤੁਹਾਨੂੰ ਜ਼ਿਆਦਾ ਪੁਆਇੰਟ ਕਰ ਰਹੇ ਨੇ ਕਿ ਕਿਉਂਕਿ ਆਮ ਤੌਰ 'ਤੇ ਅੱਜ ਕਲਚਰ ਹੀ ਸਾਡੇ ਪੰਜਾਬ ਦਾ ਤੁਰ ਪਿਆ ਹੈ ਕਿ ਲੋਕੀ ਕਹਿੰਦੇ ਕਿ ਠੀਕ ਹੈ ਇੱਥੋਂ ਪੈਸਾ ਜ਼ਮੀਨ ਆ ਵੇਚੋ, ਵਿਆਹ ਕਰੋ ਤੇ ਉੱਥੇ ਚਲੇ ਜਾਓ, ਜੇ ਉੱਥੇ ਨਹੀਂ ਸੈੱਟ ਹੁੰਦੇ ਤਾਂ ਉੱਥੋਂ ਦੀ ਕਿਸੇ ਗੋਰੀ ਮੇਮ ਨੂੰ ਲੱਭੋ, ਉੱਥੇ ਵਿਆਹ ਕਰਾ ਕੇ ਉੱਥੇ ਸੈੱਟ ਹੋ ਜਾਓ, ਹੈ ਨਾ। ਤਾਂ ਸਾਡੇ ਨਾ ਸੋਚ ਥਿੰਕ ਇਹ ਬਣ ਚੁੱਕੀ ਹੈ, ਤਾਂ ਸ਼ਾਇਦ ਉਸੇ ਕਰਕੇ ਇਹਨਾਂ ਦੇ ਉੱਪਰ ਕੋਈ ਸਵਾਲ ਆ ਰਿਹਾ ਕਿ ਇਹਨਾਂ ਦੀ ਏਜ ਤੁਹਾਡੇ ਨਾਲੋਂ ਡਿਫਰੈਂਸ ਹੈ ਏਜ। ਹਾਂਜੀ ਦੇਖੋ ਦੀਦੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਬਹੁਤ ਸੋਹਣੀ ਰੋਟੀ ਮਹਾਰਾਜ ਰੱਬ ਨੇ ਹੱਥ ਦਿੱਤੇ, ਮਿਹਨਤ ਕੀਤੀ, ਜੇ ਉੱਥੋਂ ਇੱਥੋਂ ਤੱਕ ਆਏ ਹਾਂ ਤੇ ਰੱਬ ਨੇ ਇਹ ਨਹੀਂ ਵੀ ਆਪਾਂ ਇਹਨੂੰ ਇਹਨਾਂ ਵਿਆਹ ਕਰਾਇਆ, ਅਮਰੀਕਾ ਜਾਣ ਕਰਕੇ ਕਰਾਇਆ, ਠੀਕ ਹੈ, ਇੱਦਾਂ ਦਾ ਕੁਛ ਨਹੀਂ ਹੈਗਾ ਮੈਂ ਇਹਨੂੰ ਉੱਥੇ ਜਾ ਕੇ ਛੱਡ ਦੂੰ, ਇੱਦਾਂ ਨਾ ਕੁਛ ਨਹੀਂ। ਹੁਣ ਤੇ ਇਹ ਵੇਖੋ, ਹੁਣ ਮੇਰੀ ਭੈਣ ਦਾ ਡਿਵੋਰਸ ਹੋਇਆ ਤੇ ਸਾਡੇ ਦਿਲ ਤੇ ਕੀ ਬਣਦੀ, ਇੱਦਾਂ ਇਹ ਵੀ ਕਿਸੇ ਦੀ ਧੀ ਆ ਭੈਣ ਆ, ਇਹ ਕੰਮ ਇਹਨਾਂ ਦੇ ਵੀ ਇੱਦਾਂ ਹੀ, ਜਿੱਦਾਂ ਆਪਣੇ ਘਰ ਦੀ ਇਹਨਾਂ ਦੇ ਵੀ ਇੱਦਾਂ ਹੀ। ਇਹਨਾਂ ਦੇ ਆਂਟੀ ਹੀ ਅੰਕਲ, ਉਹ ਕਹਿੰਦੇ ਇਹਨੇ ਤੈਨੂੰ ਆਣ ਕੇ ਇੱਥੇ ਛੱਡ ਦੇਣਾ ਆ, ਇੱਦਾਂ ਕਰਨਾ ਉੱਦਾਂ। ਇੱਕ ਮੁੰਡਾ ਸੀ ਪੰਜਾਬੀ, ਉਹਨਾਂ ਦੀ ਵੀਡੀਓ ਇਹਨਾਂ ਫੋਟੋ ਚੱਕ ਕੇ ਤੇ ਮੈਨੂੰ ਦਿਖਾਈ, ਮੈਂ ਫਿਰ ਦੱਸਿਆ ਇਹਨਾਂ ਨੂੰ, ਮੈਂ ਕਿਹਾ ਮੈਂ ਪੂਰਾ ਵਿਸ਼ਵਾਸ ਇਹਨਾਂ ਨੂੰ ਦਿਵਾਇਆ ਵੀ ਸਾਰੀਆਂ ਉਂਗਲਾਂ ਇੱਕੋ ਹੀ ਨਹੀਂ ਹੁੰਦੀਆਂ, ਤੇ ਜੇ ਉਹਨੇ ਕੀਤਾ ਮੈਂ ਨਹੀਂ ਇੱਦਾਂ ਕਰਦਾ। ਮੈਂ ਕਿਹਾ ਮੇਰੇ ਘਰ ਖੁਦ ਮੇਰੀ ਮੰਮੀ ਨੇ ਇੱਕੋ ਗੱਲ ਪਹਿਲਾਂ ਦੱਸੀ ਮੈਨੂੰ, ਲਵਲੀ ਵੀ ਇਹੋ ਹੀ ਤੇਰਾ ਸਾਰਾ ਕੁਛ ਆ, ਹੁਣ ਤੂੰ ਦੇਖ ਲਾ। ਮੈਂ ਕਿਹਾ ਨਹੀਂ, ਕਦੀ ਨਹੀਂ ਮੰਮੀ, ਇਹ ਕੰਮ ਮੈਂ ਕਦੇ ਨਹੀਂ ਕਰਦਾ। ਮੰਮੀ ਕਹਿੰਦੀ ਜੇ ਤੂੰ ਇਹ ਕੰਮ ਕਰੇਂਗਾ ਤੇ ਤੂੰ ਮੇਰਾ ਮੁੰਡਾ ਨਹੀਂ ਹੈਗਾ। ਮੈਂ ਕਿਹਾ ਨਹੀਂ ਮੰਮੀ, ਇਹ ਕੰਮ ਨਹੀਂ ਕਰਦਾ। ਮੈਨੂੰ ਫੈਮਿਲੀ ਦੀ ਬਹੁਤ ਜ਼ਿਆਦਾ ਸਪੋਰਟ ਹੈ ਤੇ ਇਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਹੈ। ਠੀਕ ਹੈ, ਔਰ ਫਿਰ ਏਜ ਨੂੰ ਲੈ ਕੇ ਜਿਹੜਾ ਸਵਾਲ ਮੈਂ ਤੁਹਾਨੂੰ ਪਹਿਲਾਂ ਕੀਤਾ, ਉਹ ਫਿਰ ਕਿਸ ਤਰੀਕੇ ਨਾਲ ਗੈਪ, ਏਜ ਦਾ ਗੈਪ ਤੁਸੀਂ? ਇਹ ਦੇਖੋ ਦੀਦੀ, ਜਦੋਂ ਅਸੀਂ ਇੱਕ ਦੂਜੇ ਨਾਲ ਰੋਜ਼ 4-4 ਘੰਟੇ 5-5 ਘੰਟੇ, ਮੈਨੂੰ ਫਰਾਈਡੇ ਦੀ ਛੁੱਟੀ ਹੁੰਦੀ ਸੀ ਦੁਬਈ ਵਿੱਚ, ਤੇ ਉਦੋਂ ਤਕਰੀਬਨ ਸਾਰਾ ਦਿਨ ਹੀ ਇਹਨਾਂ ਨਾਲ ਗੱਲ ਕਰਨੀ। ਯਾਨੀ ਕਿ ਦੇਖੋ ਇਹਨਾਂ ਨੇ ਹੁਣ ਫੋਨ 'ਤੇ ਦੇਖਿਆ ਸੀ ਸਾਨੂੰ, ਮੇਰੀ ਮੰਮੀ ਨੂੰ, ਮੇਰੀ ਸਿਸਟਰ ਨੂੰ, ਇਹਨੇ ਸਾਰੇ ਆਪਣੇ ਰੂਮ ਵਿੱਚ ਫੋਟੋਆਂ ਸਾਡੇ ਘਰ ਦੀਆਂ ਲਾਈਆਂ, ਕੀ ਨਹੀਂ ਤੇ ਆਪਣੇ ਘਰ ਨਹੀਂ ਬੁਲਾ ਸਕਦੇ ਸੀ। ਅਤੇ ਜਿੱਦਾਂ ਮੈਂ ਇਹਨਾਂ ਨੂੰ ਆਪਣੇ ਸਾਰੀ ਲਾਈਫ ਆਪਣੀ ਸ਼ੇਅਰ ਕੀਤੀ
ਤੇ ਮੈਨੂੰ ਇਹ ਇਸ ਕਰਕੇ ਮੈਂ ਇਹਨਾਂ ਨਾਲ ਵਿਆਹ ਕਰਵਾਇਆ। ਜੇ ਮੰਨ ਲਓ ਮੈਂ ਹੋਰ ਕਿਸੇ ਜੰਗ ਕੁੜੀ ਨਾਲ ਵੀ ਚਲੋ ਮੈਂ ਇੰਡੀਆ ਵਿੱਚ ਚਲੋ ਮੈਂ ਵਿਆਹ ਕਰਾ ਲੈਂਦਾ, ਪਰ ਇਤਨਾ ਕਦੀ ਨਹੀਂ ਸਮਝਣਾ ਉਹਨੇ ਜਿੱਦਾਂ ਇਹਨਾਂ ਸਮਝਿਆ, ਮੈਂ ਤਾਂ ਕਰਕੇ ਇਹਨਾਂ ਨਾਲ ਵਿਆਹ ਕਰਾਇਆ। ਔਰ ਯੂ ਲਾਈਕ ਚੂੜਾ? Yeah. Oh, yeah. Yeah, I got these wedding. Oh, I love them. Love them. I love the bling. Very shiny. ਸ਼ਾਈਨੀ। ਹਾਂ ਬਿਲਕੁਲ, ਵੈਸੇ ਅਕਸਰ ਅਸੀਂ ਦੇਖਿਆ ਕਿ ਅੰਗਰੇਜ਼ਨ ਨਾ ਘੱਟ ਚੂੜਾ ਪਾਉਂਦੀਆਂ ਨਾ। ਸੂਟ ਦੀਦੀ ਬਹੁਤ ਜ਼ਿਆਦਾ ਇਹਨਾਂ ਨੂੰ ਲੈ ਕੇ ਦਿੱਤੇ ਤੇ ਯੂ ਲਾਈਕ ਪੰਜਾਬੀ ਸੂਟ? Love them. Yeah, very comfy. Very colorful. His sister makes them, so yeah. ਸਿਸਟਰ ਬਣਾਇਆ? ਮੇਰੀ ਸਿਸਟਰ ਹਾਂਜੀ ਸਟਿਚਿੰਗ ਦਾ ਕੰਮ ਕਰਦੇ, ਉਹਨਾਂ ਬਣਾ ਕੇ ਦਿੱਤੇ ਇਹਨਾਂ ਨੂੰ। ਤਕਰੀਬਨ 10-15 ਸੂਟ ਹੋਣੇ ਆ। ਇਹਨਾਂ ਚੱਲ ਜਾਣਾ ਨਾ ਹੁਣ ਇਸ ਕਰਕੇ ਇਹਨਾਂ ਦੇ ਕੱਪੜੇ ਸਟਿਚ ਕਰਨ ਦੀ ਸਿਸਟਰ ਇੱਕ ਫਰਾਕ ਸੂਟ ਬਣਾ ਕੇ ਦਿੱਤਾ, ਬਹੁਤ ਵਧੀਆ ਪਸੰਦ ਕੀਤਾ ਇਹਨਾਂ ਨੇ। ਅੱਛਾ ਜੀ। ਲਹਿੰਗਾ ਆਪਣੇ ਖਰੀਦਿਆ ਇਹਨਾਂ ਨੇ? ਹਾਂਜੀ, ਆਪ ਨਾਲ ਗਏ ਸੀ, ਆਪਣੀ ਪਸੰਦ ਦਾ ਲਿਆਏ ਨੇ। ਹਾਂਜੀ, ਪੰਜਾਬੀ ਸੂਟ ਵੀ ਆਪਣੀ ਪਸੰਦ ਦੇ ਲਿਆਂਦੇ ਨੇ, ਨਾਲ ਲੈ ਗਏ ਸੀ, ਆਪਣੀ ਪਸੰਦ ਦਾ ਲਿਆਏ ਨੇ। 4 ਸੂਟ ਪਹਿਲਾਂ ਲਿਆਏ ਸੀ, 4 ਹੀ ਹੁਣ ਲਿਆਏ ਨੇ। ਲਾਈਕ ਕਰਦੇ ਪੰਜਾਬੀ ਸੂਟ ਅੱਜ ਨਹੀਂ ਪਾਇਆ, ਨਹੀਂ ਤਾਂ ਰੋਜ਼ ਇੱਕ ਟਾਈਮ ਪਾਣਾ ਹੀ ਪਾਣਾ। ਹਜੇ ਵੀ ਕੋਈ ਪਤਾ ਨਹੀਂ, ਸ਼ਾਮ ਤੱਕ ਪਾ ਲੈਣ ਤਾਂ ਪਾ ਲੈਣ। ਹਾਂਜੀ, ਇਹ ਨਹੀਂ ਕਦੀ ਕਿਹਾ ਆ ਨਹੀਂ ਤੂੰ ਪਾਣਾ, ਉਹ ਨਹੀਂ ਪਾਣਾ। ਅਸੀਂ ਕਹਿੰਦੇ ਜੋ ਤੈਨੂੰ ਪਸੰਦ ਆ ਤੂੰ ਪਾ, ਅਸੀਂ ਲਾਈਕ ਕਰਨੇ ਆ। ਜੋ ਮਰਜ਼ੀ ਕੋ ਕਹੀ ਜਾ ਸਾਨੂੰ, ਜਿੱਦਾਂ ਦੀਆਂ ਮੇਰੀਆਂ 2 ਧੀਆਂ ਉੱਦਾਂ ਦੀ ਮੇਰੀ ਤੀਜੀ ਧੀ। ਮੈਂ ਧੀ ਸਮਝੀ ਏ, ਮੈਂ ਨਹੀਂ ਫਰਕ ਸਮਝਿਆ ਮੇਰੀ ਨੂੰਹ ਏ। ਬੇਟੇ ਨਾਲ ਵੀ ਆਪਾਂ ਪਹਿਲਾਂ ਗੱਲ ਕੀਤੀ ਏ, ਮੈਂ ਪੁੱਤ ਮੇਰੇ ਹੁਣ ਵੇਖ ਲੈ, ਬੁੱਢੀ ਆ ਜਵਾਨ ਹੀ ਕੁੜੀ ਆ, ਹੁਣ ਜੋ ਕੁਛ ਤੂੰ ਕਰਨਾ ਕਰ ਲੈ, ਬਾਕੀ ਬਾਅਦ 'ਚ ਨਹੀਂ ਮੈਂ ਤੈਨੂੰ, ਜੇ ਤੂੰ ਕਵੇਂ ਮੈਂ ਛੱਡਣੀ ਹੈ ਨਾ, ਮੇਰੇ ਘਰ ਵੀ ਧੀਆਂ, ਇਹ ਕੰਮ ਆਪਾਂ ਨਹੀਂ ਕਰਨਾ। ਠੀਕ ਆ, ਕਹਿੰਦਾ ਮੰਮੀ ਜੋ ਮਨਜ਼ੂਰ ਆ ਮੈਨੂੰ। ਬੱਚੇ ਦੀ ਖੁਸ਼ੀ ਸਾਡੀ ਵੀ ਖੁਸ਼ੀ। ਠੀਕ ਆ, ਜੇ ਬੱਚਾ ਨਹੀਂ ਖੁਸ਼, ਇਹਦੇ ਨਾਲ ਸਾਡੀ ਜ਼ਿੰਦਗੀ ਹੈ, ਇਹਦੇ ਨਾਲ ਹੀ ਅਸੀਂ ਜੀਣਾ, ਇਹਦੇ ਨਾਲ ਹੀ ਮਰਨਾ। ਤੇ ਜੇ ਉਹ ਹੀ ਨਾ ਖੁਸ਼ ਹੋਇਆ ਤਾਂ ਆਪਣੀ ਖੁਸ਼ੀ ਨੂੰ ਕੀ ਕਰਨਾ। ਖੁਦ ਆਪਣੀ ਜ਼ੁਬਾਨੀ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਵਾਲਾ ਕਿ ਅਕਸਰ ਜਦੋਂ ਵਿਆਹ ਹੁੰਦੇ ਨੇ ਤਾਂ ਉੱਥੇ ਜਾ ਕੇ ਮੁੱਕਰ ਜਾਂਦੇ ਨੇ ਕੁੜੀਆਂ ਮੁੰਡੇ, ਹੈ ਨਾ, ਤਾਂ ਕਿਤੇ ਇਹ ਤੁਹਾਡੇ ਨਾਲ ਲਾਈਫ ਲੌਂਗ ਲਾਈਫ ਰਹਿਣਗੇ, ਪੂਰੀ ਲਾਈਫ ਤੁਹਾਡੇ ਨਾਲ ਸਪੈਂਡ ਕਰਨਗੇ? ਦਿਸ ਟੇਲ ਯੂ ਆਲ ਲਾਈਫ ਨੋ ਹੈਂਡ ਓਪਨ ਲਵਲੀ? Never, never. I will be with him till the day we die, forever. Yeah. ਇਹਨਾਂ ਨੂੰ ਜਿੱਦਾਂ ਭਾਵੇਂ ਜੋ ਕੋਈ ਮਰਜ਼ੀ ਕਹੀ ਜਾਵੇ, ਮੈਂ ਇਹਨਾਂ ਨੂੰ ਇਹੋ ਹੀ ਗੱਲ ਕਹੀ, ਮੈਂ ਤੇਰੇ ਨਾਲ ਹੀ ਇਸ ਜ਼ਿੰਦਗੀ 'ਚ ਰਹਾਂਗਾ, ਤੇਰੇ ਨਾਲ ਹੀ ਜੀਵਾਂਗਾ, ਤੇਰੇ ਨਾਲ ਹੀ ਮਰਾਂਗਾ। ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਦੀਦੀ ਦੱਸਿਆ ਵੀ ਮੈਂ ਇਹਨਾਂ ਨਾਲ ਸਾਰੀ ਲਾਈਫ, ਮੈਂ ਸਾਈਕਲ 'ਤੇ ਜਾਂਦਾ ਹੁੰਦਾ, ਇੱਥੋਂ 8-9 ਕਿਲੋਮੀਟਰ ਗੋਇੰਦਵਾਲ ਸਾਹਿਬ ਪੈਂਦਾ ਆ। ਤੇ ਮੈਂ ਇੱਕ ਵਾਰੀ ਐਕਸੀਡੈਂਟ ਵੀ ਹੋ ਗਿਆ ਮੇਰਾ, ਮੈਂ ਇਹਨਾਂ ਨੂੰ ਸਾਰੀ ਦੱਸੀ ਗੱਲ, ਤੇ ਇਹਨਾਂ ਰੋ ਪੈਣਾ ਜਿੱਦਾਂ ਮੈਂ ਆਪਣੀ ਲਾਈਫ ਸ਼ੇਅਰ ਕਰਨੀ। ਤੇ ਮੈਨੂੰ ਇਹ ਜ਼ਿਆਦਾ ਵਧੀਆ ਲੱਗਾ ਇਹਨਾਂ ਵਿੱਚ, ਮੈਂ ਤਾਂ ਇਹਨਾਂ ਨੂੰ ਵਿਆਹ ਕਰਾਉਣ ਲਈ ਕਿਹਾ ਇਹਨਾਂ ਨੂੰ। ਤੁਸੀਂ ਇਹਨਾਂ ਦੀ ਲਾਈਫ ਨੂੰ ਪਿੱਛੇ ਦੇਖਿਆ ਕਿ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਜਾਂ ਨਹੀਂ ਹੋਇਆ ਸੀ? ਇਹਨਾਂ ਮੈਨੂੰ ਦੱਸਿਆ ਜਿੱਦਾਂ ਵੀ ਇਹਨਾਂ ਦੱਸਿਆ, ਇਹਨਾਂ ਵੀ 1% ਦਾ ਮੇਰੇ ਨਾਲ ਝੂਠ ਨਹੀਂ ਬੋਲਿਆ। ਜੋ ਕੁਛ ਇਹਨਾਂ ਨੇ ਮੈਨੂੰ ਸਾਰਾ ਕੁਛ ਦੱਸਿਆ। ਪਰ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਆਪਣੀ ਭੈਣ ਵੱਲ ਵੀ ਤਾਂ ਦੇਖਦਾ ਹੀ ਹਾਂ, ਉਹਦਾ ਵੀ ਡਿਵੋਰਸ ਹੋਇਆ, ਤੇ ਉਹਦੇ ਬਾਰੇ ਵੀ ਲੋਕੀ ਬਹੁਤ ਕੁਛ ਕਹਿੰਦੇ ਹੋਣਗੇ। ਤੇ ਇਹਨਾਂ ਦੱਸਿਆ ਮੈਨੂੰ, ਉਹਨੇ ਮੇਰੇ ਨਾਲ ਇੱਦਾਂ ਕੀਤਾ ਉੱਦਾਂ ਕੀਤਾ। ਫਿਰ ਮੈਂ ਕਿਹਾ ਮੈਂ ਨਹੀਂ ਤੈਨੂੰ ਇੱਦਾਂ ਕਰਦਾ। ਤੇ ਬਾਕੀ ਰਿਸ਼ਤੇਦਾਰ ਕਹਿੰਦੇ ਹੁੰਦੇ, ਇਹਨਾਂ ਦੇ ਰਿਸ਼ਤੇਦਾਰ ਵੀ ਕਹਿੰਦੇ ਸੀ ਉਹਨੇ ਤੈਨੂੰ ਇੱਦਾਂ ਕਰ ਦੇਣਾ ਉੱਦਾਂ ਕਰ ਦੇਣਾ। ਪਰ ਨਹੀਂ, ਇਹਨਾਂ ਨੂੰ ਜਿੱਦਾਂ ਅਸੀਂ ਰੋਜ਼ ਦੀ 3-3 4-4 ਘੰਟੇ ਗੱਲ ਕਰਨੀ, ਤੇ ਇਹਨਾਂ ਮੈਨੂੰ ਜਾਣਿਆ, ਇਹਨਾਂ ਨੇ ਮੈਂ ਜਾਣਿਆ, ਤੇ ਇਸ ਕਰਕੇ ਫਿਰ ਅਸੀਂ ਵਿਆਹ ਕਰਾਉਣ ਦਾ ਮਨ ਬਣਾਇਆ। You understand Punjabi and you speak Punjabi? Just a little, just little words. Not too many words. I understand more than I can speak. So. Okay, ਥੋੜੀ ਪੰਜਾਬੀ ਸਿੱਖ ਲੈਣਗੇ, ਹੌਲੀ ਹੌਲੀ ਆ ਜਾਏਗੀ ਇਹਨਾਂ ਨੂੰ, ਹੈ ਨਾ? ਇਹਨਾਂ ਨੂੰ ਜਿੱਦਾਂ 1 ਮੰਥ ਹੀ ਹੋਇਆ ਇਹਨੂੰ, ਤੇ ਵੀਜ਼ਾ ਇਹਨਾਂ ਨੂੰ ਥੋੜ੍ਹਾ ਮਿਲਿਆ ਸੀ, ਤੇ ਹੁਣ ਇਹਨਾਂ ਚੱਲ ਜਾਣਾ, ਫੇਰ ਆਉਣਗੇ ਤੇ ਫੇਰ। ਅੱਛਾ, ਹੁਣੇ ਉਹ ਸਿਖਾ ਰਹੇ ਸੀ ਕੁਝ ਪੰਜਾਬੀ, ਕਿੱਦਾਂ ਵਾਲਾ ਸ਼ਬਦ ਹੁਣ ਅਸੀਂ ਕਿੱਦਾਂ ਜੀ? ਕਿੱਦਾਂ ਜੀ? ਕਿੱਦਾਂ ਜੀ? ਸਤਿ ਸ਼੍ਰੀ ਅਕਾਲ। ਕਿੱਦਾਂ ਜੀ? ਸਤਿ ਸ਼੍ਰੀ ਅਕਾਲ। ਯੂ ਟਰਾਈ ਪੰਜਾਬੀਓ ਸਤਿ ਸ਼੍ਰੀ ਅਕਾਲ। ਪੰਜਾਬੀਓ ਸਤਿ ਸ੍ਰੀ ਅਕਾਲ। ਪੰਜਾਬੀ ਔਰ ਸਤਿ ਸ਼੍ਰੀ ਅਕਾਲ। ਬਾਤ ਹੈ, ਸਿੱਖ ਲਈ ਪੰਜਾਬੀਓ ਸਤਿ ਸ਼੍ਰੀ ਅਕਾਲ। ਸੋ ਮੈਂ ਚਾਹਾਂਗੀ ਕਿ ਤੁਸੀਂ ਇੱਦਾਂ ਹੈਂਡ ਹੁਣ ਬੋਲ ਕੇ ਪੰਜਾਬੀਓ ਸਤਿ ਸ਼੍ਰੀ ਅਕਾਲ, ਸੀ ਕੈਮਰਾ ਪਲੀਜ਼। ਪੰਜਾਬੀਓ ਸਤਿ ਸ੍ਰੀ ਅਕਾਲ। ਪੰਜਾਬੀ ਔਰ ਸਤਿ ਸ਼੍ਰੀ ਅਕਾਲ।
ਕੀ ਬਾਤ ਹੈ ਨਾ। ਸੋ ਉਹ ਸਿੱਖਣਾ ਸ਼ੁਰੂ ਕਰ, ਹਰ ਬੰਦੇ 'ਚ ਇੱਕ ਚਾਹਤ ਹੁੰਦੀ ਹੈ ਨਾ। ਸੋ ਘਰ ਦੇ ਵਿੱਚ ਮੈਨੂੰ ਲੱਗਦਾ ਬੜੀ ਰੌਣਕ ਲੱਗੀ ਪਈ ਹੈ ਨਾ ਜਦੋਂ ਦੇ ਆਏ ਨੇ, ਕਿਉਂਕਿ ਆਲੇ ਦੁਆਲੇ ਗਵਾਂਢ ਵੀ ਵੇਖਣ ਆਉਂਦਾ ਹੋਣਾ ਕਿਰਨ ਦੇ ਘਰੇ। ਪਹਿਲਾਂ ਤਾਂ ਜਦੋਂ ਆਏ ਸੀ ਤੇ 10 ਦਿਨ ਸਾਡੇ ਘਰ ਬਸ ਮੇਲੇ ਲੱਗਾ ਰਿਹਾ। ਬੀਬੀਆਂ ਵੇਖਣ ਵਾਲੀਆਂ ਆ ਜਾਣਾ, ਬੋਲਣ ਵਾਲੀਆਂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਫਿਰ ਇਹ ਵਿਚਾਰੇ ਨੇ ਸਿੱਖ ਲਿਆ ਹੌਲੀ ਹੌਲੀ। ਫਿਰ ਹੁਣ ਗਲੇ ਵੀ ਲਾਉਂਦੀ, ਸਾਰਿਆਂ ਨੂੰ ਮਿਲਦੀ ਏ, ਫਿਰ ਸਤਿ ਸ੍ਰੀ ਅਕਾਲ ਵੀ ਬੁਲਾਉਂਦੀ ਏ, ਫਿਰ ਬਾਏ ਵੀ ਕਰਦੀ ਏ, ਫਿਰ ਕਿਸ ਵੀ ਕਰਦੀ ਏ, ਬਹੁਤ ਲਈ ਕਰਦੀ ਏ। ਕਈ ਵਾਰ ਖਿੱਚ ਵੀ ਜਾਂਦੀ ਏ, ਫਿਰ ਵਿਚਾਰੀ ਸੌਣਾ ਸਾਣਾ ਹੁੰਦਾ, ਤੁਹਾਨੂੰ ਪਤਾ ਪਿੰਡਾਂ ਦੇ ਲੋਕਾਂ ਦਾ। ਫਿਰ ਅਸੀਂ ਆਨੇ ਆ ਹੈ ਨਹੀਂ ਘਰ 'ਚ, ਸੌਂ ਗਈ ਏ, ਬਾਹਰੋਂ ਮੋੜ ਦੇਣਾ। ਸਾਡਾ ਛੋਟਾ ਜਿਹਾ ਦੋਤਾ ਹੈ ਤੇ ਉਹ ਬੜਾ ਇਹ ਬੁੱਕ ਲੈ ਲੈਣੀ, ਤੈਨੂੰ ਪੜ੍ਹਾਉਣਾ ਕਰਨਾ, ਮਾਮੀ ਡੋਗ ਮੈਨੇ ਕੁੱਤਾ, ਸਾਰੀਆਂ ਇੱਦਾਂ ਚੀਜ਼ਾਂ ਸਮਝ। ਇਹਨੇ ਹੌਲੀ ਹੌਲੀ ਮਗਰ ਬੋਲੀ ਜਾਣਾ। ਹੁਣ ਇਹਨੂੰ ਕਈ ਗਾਲਾਂ ਸਿਖਾਉਂਦੇ, ਮੈਂ ਕਿਹਾ ਇਹ ਕੰਮ ਨਹੀਂ ਸਿਖਾਉਣਾ। ਅੰਗਰੇਜ਼ੀ 'ਚ ਗਾਲਾਂ ਤਾਂ ਠੀਕ ਹੈ, ਪੰਜਾਬੀ 'ਚ ਅੰਗਰੇਜ਼ ਗਾਲਾਂ ਕਿੱਦਾਂ ਕਰਨਗੇ? ਹਾਂਜੀ, ਪੰਜਾਬੀ ਸਿੱਖਦੀ ਏ, ਪੰਜਾਬੀ ਫਿਰ ਇਹਨੂੰ ਸਮਝ ਆਉਂਦੀ ਏ, ਫਿਰ ਹੱਸ ਪੈਂਦੀ, ਕਈ ਵਾਰ ਮਗਰ ਬੋਲਦੀ ਏ, ਕਹਿੰਦੇ ਚਵਲ ਜਿਹਾ ਕਹਿ ਦੇ, ਫਿਰ ਵਿਚਾਰੀ ਬੋਲਦੀ ਚਵਲ ਜਿਹਾ। ਉਹਨਾਂ ਨੂੰ ਨਹੀਂ ਪਤਾ ਲੱਗਦਾ ਨਾ ਕਿ ਪੰਜਾਬੀ ਦਾ ਵਰਡ ਮਤਲਬ ਕੀ ਹੋਏਗਾ। ਕਾਹਦੀ ਵੇਖੋਗੇ ਜੈਸਮੀਨ, ਚਵਲ ਜਿਹਾ, What's that? ਚਵਲ ਜਿਹਾ। ਉਹਨਾਂ ਨੂੰ ਕੈਪਚਰ ਕਰਦੇ, ਉਹ ਚੀਜ਼, ਹਰ ਚੀਜ਼ ਕੈਪਚਰ ਹੁੰਦੀ ਹੈ। ਓਹੋ, ਬਹੁਤ ਜ਼ਿਆਦਾ ਪੜ੍ਹੇ ਆ। ਇਹ ਨਰਸਰੀ ਜੌਬ ਕਰਦੇ ਸੀਗੇ। ਹਾਂਜੀ, ਤੇ ਮੈਂ ਤੇ ਕੁਛ ਵੀ ਨਹੀਂ ਇਹਨਾਂ ਸਾਹਮਣੇ। ਮੈਂ ਤੁਹਾਨੂੰ ਦੱਸਿਆ 8 ਕਲਾਸ ਪੜ੍ਹਿਆ ਮੈਂ ਸਾਰਾ। ਹਸਪੀਟਲ 'ਚ ਜੌਬ ਕਰਦੇ ਸੀ? ਹਾਂਜੀ। ਡਾਕਟਰ Yeah, I worked for a bunch of ਪ੍ਰੋਫੈਸ਼ਨਲ ਡਾਕਟਰ? yes. Yeah. ਓਕੇ, ਇੱਕ ਡਾਕਟਰ ਨਾਲ ਵਿਆਹ ਕਰਵਾਇਆ, ਮੁੰਡਾ ਡਾਕਟਰ, ਰਾਣੀ ਨਾਲ ਵਿਆਹ ਕਰਵਾਇਆ ਤੁਸੀਂ, ਹੈ ਨਾ। ਸੋ ਮੈਂ ਜਾਣਨਾ ਚਾਹਾਂਗੀ ਕਿ ਹੁਣ ਕੋਈ ਗੱਲ ਨਹੀਂ, ਅਗਲੀ ਲਾਈਫ ਆ ਗਈ ਤਾਂ ਹੁਣ ਤੁਹਾਡਾ ਕੀ ਪਲਾਨ ਆ? ਫਿਰ ਤੁਸੀਂ ਇਹਨਾਂ ਦੇ ਨਾਲ ਹੀ ਉੱਥੇ ਜਾਓਗੇ, ਕਿਉਂਕਿ ਤਾਂ ਸੁਭਾਵਿਕ ਹੈ ਕਿ ਹੁਣ ਤੁਹਾਡਾ ਵਿਆਹ ਹੋ ਚੁੱਕਾ ਹੈ ਤਾਂ ਹੁਣ ਇਹ ਵੀ ਜਾਣਗੇ, ਤਾਂ ਫਿਊਚਰ ਤੱਕ ਅੱਗੇ ਹੀ ਪਲਾਨ ਕਰੋਗੇ ਨਾ ਤੁਸੀਂ? ਹਾਂਜੀ ਹਾਂਜੀ, ਜਿੱਦਾਂ ਹੁਣ ਇਹ ਚਲੇ ਜਾਣਗੇ, ਜੇ ਉੱਥੇ ਸੱਦ ਲੈਣਗੇ ਤਾਂ ਵੀ ਠੀਕ ਆ, ਨਹੀਂ ਤਾਂ ਫਿਰ ਇੱਥੇ। ਹਾਂਜੀ ਤਾਂ ਫਿਰ ਇੰਡੀਆ ਸ਼ਿਫਟ ਹੋ ਜਾਣਗੇ? ਹਾਂਜੀ ਹਾਂਜੀ ਹਾਂਜੀ, ਹਜੇ ਸੋਚਿਆ ਨਹੀਂ, ਜਿੱਦਾਂ ਪਰਮਾਤਮਾ ਕਰੂਗਾ ਵਧੀਆ ਕਰੂਗਾ। ਪੁੱਛੋ ਉਹਨਾਂ ਨੂੰ ਕਿ ਤੁਹਾਨੂੰ ਬੁਲਾਣਗੇ ਕਿ ਨਹੀਂ? They still you take me USA? Of course. Absolutely. Absolutely. ਇਹਨਾਂ ਦੀ ਮਦਰ ਬਹੁਤ ਜਿੱਦਾਂ ਕਰਦੇ, ਮੈਂ ਰੋਜ਼ ਗੱਲ ਕਰਨੀ ਉਹਨਾਂ ਨਾਲ, ਇਹ ਹੁਣ ਵੀ ਜਿੱਦਾਂ ਕਰਦੇ, ਤੇ ਉਹ ਮੈਨੂੰ ਕਰ ਦਿੰਦੇ, ਲਵਲੀ ਤੈਨੂੰ ਕੀ ਚਾਹੀਦਾ, ਜਿੱਦਾਂ ਮੈਂ ਕਹਿੰਦਾ ਨਹੀਂ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤੁਹਾਡਾ ਥੈਂਕ ਯੂ ਕਰਦਾ ਵੀ ਤੁਸੀਂ ਹਾਂਜੀ ਬੇਟੀ ਦੇ ਦਿੱਤੀ ਮੈਨੂੰ। ਐਮ ਥੈਂਕਸ ਮਮ USA। ਤੁਹਾਡਾ ਬੇਟਾ ਦੱਸ ਰਿਹਾ ਸੀ ਕਿ ਬਹੁਤ ਮਿਹਨਤ ਕੀਤੀ, ਬੜਾ ਹਾਰਡ ਵਰਕਰ ਰਿਹਾ ਹੈ, ਕਿਉਂਕਿ ਇੱਥੇ ਵੀ ਤੁਹਾਡੇ ਜਦੋਂ ਸਿਰ ਦੇ ਸਾਈਂ ਇੱਥੋਂ ਦੁਨੀਆ ਤੋਂ ਰੁਖਸਤ ਹੁੰਦੇ ਨੇ ਤਾਂ ਬੇਟਾ ਹੀ ਪਿੱਛੋਂ ਸਾਰੀ ਕਮਾਨ ਸਾਂਭਦਾ ਹੈ। ਔਰ ਦੁਬਈ ਤੁਸੀਂ ਭੇਜਦੇ ਹੋ, ਉਦੋਂ ਕਿੱਦਾਂ ਭੇਜਦੇ ਹੋ ਦੁਬਈ? ਕਰਜ਼ਾ ਚੁੱਕਿਆ ਸੀ ਜਾਂ ਫਿਰ ਕਿੱਦਾਂ? ਹਾਂਜੀ, ਕਰਜ਼ਾ ਚੁੱਕ ਕੇ। ਕੋਲ ਤੁਹਾਡੇ 1 ਰੁਪਈਆ ਵੀ ਨਹੀਂ ਹੈ। ਡੈਡ ਸਾਲ ਰਹੇ ਬਿਮਾਰ, ਤੇ ਇਦਾਂ ਹੌਸਪੀਟਲਾਂ 'ਚ ਕਦੀ ਕਿਤੇ ਲੈ ਜਾਣਾ, ਕਦੀ ਕਿਤੇ ਲੈ ਜਾਣਾ, ਦਾਖਲ ਰੱਖਣਾ। ਫਿਰ ਹਾਰ ਕੇ ਜਵਾਬ ਦੇ ਤਾਂ ਕੈਂਸਰ ਹੋ ਗਿਆ ਸੀ ਉਹਨਾਂ ਨੂੰ, ਤੇ ਫਿਰ ਉਹਦਾ ਵੀ ਕਰਜ਼ਾ ਵਿਚਾਰੇ ਇਹਨੇ ਲਾਇਆ। ਫਿਰ ਜਾ ਕੇ ਫਿਰ ਹੋਰ ਚੁੱਕ ਕੇ ਇਹਨੂੰ ਭੇਜਿਆ ਪੈਲੀ 'ਤੇ, ਥੋੜ੍ਹੀ ਜਿਹੀ ਪੈਲੀ 4 ਕਨਾਲਾਂ, ਫਿਰ ਉਹ 'ਤੇ ਪੈਸੇ ਚੁੱਕ ਕੇ ਇਹਨੂੰ ਫਿਰ ਭੇਜਿਆ ਸੀ ਕਿ ਇੱਥੇ ਵੀ ਨਹੀਂ ਸਰਦਾ, ਦਿਹਾੜੀਆਂ ਨਾਲ ਤੁਹਾਨੂੰ ਪਤਾ ਨਹੀਂ ਸਰਦਾ। ਫਿਰ ਨਾਲੇ ਜੀਜੇ ਦੇ ਨੇ ਕਿਹਾ ਵੀ ਇੱਥੇ ਵੀ ਤੂੰ ਕਮਾਉਣਾ ਇੱਦਾਂ ਹੀ, ਤੇ ਉੱਥੇ ਤੇਰੇ 4 ਪੈਸੇ ਇਕੱਠੇ ਬਣਨਗੇ। ਤੇ ਚਲੋ ਅਸੀਂ ਕਿਹਾ ਠੀਕ ਆ, ਉਹਨੇ ਵੀਜ਼ਾ ਭੇਜਿਆ ਤੇ ਅਸੀਂ ਚਲੋ ਚੁੱਕ ਕੇ ਕਰਜ਼ਾ ਫਿਰ ਭੇਜ ਦਿੱਤਾ। ਫਿਰ ਤੁਸੀਂ ਜਦੋਂ ਪਿਤਾ ਦੀ ਡੈਥ ਹੁੰਦੀ ਉਦੋਂ ਤੁਸੀਂ ਇੰਡੀਆ ਸੀ ਜਾਂ ਉੱਥੇ ਦੁਬਈ 'ਚ ਸੀਗੇ? ਨਹੀਂ, ਮੈਂ ਦੀਦੀ ਉਦੋਂ 13 ਸਾਲਾਂ ਦਾ ਸੀ ਜਦੋਂ ਮੇਰੇ, ਹਾਂਜੀ 2009 ਦੇ ਵਿੱਚ। ਤੇ ਮੇਰੀ ਸਿਸਟਰ ਦਾ ਡਿਵੋਰਸ ਵੀ ਇਸੇ ਕਰਕੇ ਹੋਇਆ ਵੀ ਜਿੱਦਾਂ ਮੈਂ ਛੋਟਾ ਸੀਗਾ, ਮੇਰੀ ਦੂਸਰੀ ਭੈਣ ਵੀ ਛੋਟੀ ਸੀ, ਤੇ ਮੰਮੀ ਤੇ ਡੈਡੀ ਤੇ ਮੇਰੀ ਸਿਸਟਰ ਵੱਡੀ, ਇਹ ਜਿੱਦਾਂ ਸਾਲ ਇੱਕ ਮੇਰੀ ਸਿਸਟਰ ਦੀ ਮੈਰਿਜ ਹੋਈ ਤੇ ਮੇਰਾ ਡੈਡੀ ਮਕਲਾਵਾ ਲੈ ਕੇ ਆਉਣਾ ਸੀ ਤੇ ਬਿਮਾਰ ਹੋ ਗਏ। ਫਿਰ ਬਸ ਬਿਮਾਰ ਹੀ ਰਹੇ, ਕਦੀ ਹਸਪੀਟਲ ਐਡਮਿਟ, ਕਦੀ ਘਰ। ਫਿਰ ਮੇਰੀ ਸਿਸਟਰ ਕੇਅਰ ਕਰਦੀ ਸੀ ਉਹਨਾਂ ਦੀ, ਤੇ ਜਾਣੀ ਕਿ ਉਹ ਸਮੇਂ ਵਿੱਚ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ। ਤੇ ਜਿਹੜੇ ਮੇਰੇ ਸਿਸਟਰ ਦੇ ਹਸਬੈਂਡ ਸੀ ਜਿਹਨਾਂ ਡਿਵੋਰਸ ਹੋਇਆ, ਉਹਨਾਂ ਦੇ ਮਾਮੇ ਸੀਗੇ, ਤੇ ਉਹਨਾਂ ਨੇ ਸਾਰਾ ਕਹਿੰਦੇ ਇਹ ਉੱਥੇ ਨਹੀਂ ਜਾਣੀ ਚਾਹੀਦੀ, ਇੱਦਾਂ ਨਹੀਂ ਕਰਨਾ ਚਾਹੀਦਾ। ਤੇ ਫਿਰ ਮੇਰੀ ਸਿਸਟਰ ਨੇ ਫੈਸਲਾ ਲੈ ਲਿਆ ਵੀ ਮੈਂ ਡਿਵੋਰਸ ਹੀ ਕਰ। ਉਦੋਂ 6 ਮਹੀਨੇ ਦਾ ਸੀ ਮੇਰਾ ਭਾਂਜਾ ਜਦੋਂ ਡਿਵੋਰਸ, ਹੁਣ 12 ਸਾਲਾਂ ਦਾ ਆ ਸਾਡੇ ਕੋਈ ਰਹਿੰਦੇ। ਤੇ
ਬਹੁਤ ਜ਼ਿਆਦਾ ਯਾਨੀ ਕਿ ਮਿਹਨਤ ਕੀਤੀ ਆਪਣੀ ਜ਼ਿੰਦਗੀ ਵਿੱਚ, ਤੇ ਸਾਰਾ ਕੁਝ ਇਹਨਾਂ ਨੂੰ ਦੱਸਿਆ ਆਪਾਂ। ਇਹ ਨਹੀਂ ਫੋਨ ਤੇ ਕਿਹਾ ਮੇਰੇ ਕੋਲ ਗੱਡੀਆਂ ਨੇ, ਮੇਰੇ ਕੋਲ ਆ ਮੇਰੇ ਕੋਲ ਇੰਨੀ ਪੈਲੀ ਏ, ਆਪਾਂ ਇਹਨਾਂ ਨੂੰ ਸਾਰਾ ਕੁਝ ਮੈਂ ਕਿਹਾ ਮੇਰੇ ਕੋਲ ਇੰਨਾ ਆਹ ਕੁਛ ਆ। ਹਾਂਜੀ। ਸੋ ਵਧੀਆ ਲੱਗਾ ਕਿ ਤੁਸੀਂ ਆਪਣੀ ਜ਼ਿੰਦਗੀ ਬਹੁਤ ਖੂਬਸੂਰਤ ਜਿਓ, ਔਰ ਮੈਂ ਇਸ ਚੀਜ਼ ਚਾਹਾਂਗੀ ਦੇਖਣਾ ਤੁਸੀਂ ਛੇਤੀ ਅਮਰੀਕਾ ਪਹੁੰਚੋ ਇਹਨਾਂ ਦੇ ਕੋਲ, ਹੈ ਨਾ, ਔਰ ਤੁਹਾਡੀ ਅਗਲੀ ਲਾਈਫ ਜਿਹੜੀ ਬਹੁਤ ਸੋਹਣੀ ਨਿਕਲੇ, ਔਰ ਲੋਕਾਂ ਦੀ ਪਰਵਾਹ ਨਹੀਂ ਕਰਨੀ ਹੈਗੀ। ਲੋਕੀ ਬਹੁਤ ਕੁਝ ਕਹਿੰਦੇ ਆ ਔਰ ਕਹਿੰਦੇ ਰਹਿਣਗੇ ਵੀ, ਸ਼ਾਇਦ ਇਸ ਵੀਡੀਓ ਨੂੰ ਦੇਖ ਕੇ ਵੀ ਬਹੁਤ ਕੁਝ ਕਹਿਣਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਵਧਣਾ ਆ, ਔਰ ਇਹਨਾਂ ਦੇ ਨਾਲ ਹੁਣ ਤੁਸੀਂ ਹਮਸਫਰ ਚੁਣਿਆ ਇਹਨਾਂ ਨੂੰ, ਔਰ ਤੁਹਾਡਾ ਜਿਹੜੀ ਮੁਹੱਬਤ ਹੋਈ ਹੈ ਕਾਫੀ ਲੰਬੇ ਸਮੇਂ, ਦੋਸਤੀ ਫੇਸਬੁੱਕ 'ਤੇ ਹੁੰਦੀ ਹੈ। ਨੰਬਰ ਸ਼ੇਅਰ ਕਿੱਦਾਂ ਹੁੰਦਾ ਬਈ ਵੀ ਤੇ ਨਾਲ ਫਿਰ ਫੇਸਬੁੱਕ ਤੋਂ ਬਾਅਦ ਨੰਬਰ ਸ਼ੇਅਰ ਕਰਦੇ ਹੋ? ਹਾਂਜੀ ਹਾਂਜੀ, ਫੇਸਬੁੱਕ ਜਿੱਦਾਂ ਮੈਂ ਇੱਦਾਂ ਦੱਸਿਆ ਵੀ ਇੰਨਾ ਪੜ੍ਹਿਆ ਨਹੀਂ, ਤੇ ਮੇਰੀ ਪੁਰਾਣੀ ਫੇਸਬੁੱਕ ਫਿਰ ਇਹਨਾਂ ਨੇ ਨਵੀਂ ਮੈਨੂੰ ਆਈਡੀ ਬਣਾ ਦਿੱਤੀ ਫੇਸਬੁੱਕ ਤੇ ਸਾਰਾ ਕੁਝ। ਹਾਂਜੀ ਸਾਰਾ ਕੁਝ, ਹਾਂਜੀ ਓਕੇ। ਸਾਰਾ ਕੁਝ ਇਹਨਾਂ ਕੀਤਾ। ਉਸ ਤੋਂ ਬਾਅਦ ਨੰਬਰ ਐਕਸਚੇਂਜ ਹੋਏ? ਹਾਂਜੀ, ਨੰਬਰ ਫਿਰ WhatsApp ਨੰਬਰ ਦਿੱਤਾ, ਫ਼ੋਨ ਨੰਬਰ ਦਿੱਤਾ। ਵੇਖੋ ਮੈਂ ਜੇ ਮੰਨ ਲਓ ਇੰਨੇ ਜ਼ਿਆਦਾ ਚੰਗੇ ਆ, ਜੇ ਮੰਨ ਲਓ ਕਈ ਵਾਰੀ ਮੈਂ ਜਿੱਦਾਂ ਸਾਡੇ ਵਰਕ 'ਤੇ ਫ਼ੋਨ ਨਹੀਂ ਯੂਜ਼ ਕਰਨ ਦਿੰਦੇ ਸੀ ਸਾਨੂੰ, ਅਤੇ ਜਿੱਦਾਂ ਮੈਂ ਲੇਟ ਹੋ ਜਾਣਾ ਕਈ ਵਾਰੀ, ਇਹਨਾਂ ਮੇਰੀ ਮਦਰ ਨੂੰ ਮੈਸੇਜ ਕਰੀਏ, ਮੇਰੇ ਸਿਸਟਰ ਲਵਲੀ ਕਿੱਥੇ ਗਿਆ, ਕਿਉਂ ਨਹੀਂ ਫ਼ੋਨ ਕੀਤਾ, ਇੰਨਾ ਜ਼ਿਆਦਾ ਕਰਦੇ ਜੀ। ਓਕੇ, ਫਿਰ ਤੁਸੀਂ ਜਿੱਦਾਂ ਕਹਿੰਦੇ ਹੋ ਫੋਨ ਤੋਂ ਬਾਅਦ ਫਿਰ ਲੰਬਾ ਸਮਾਂ ਚੈਟਿੰਗ ਵੀਡੀਓ ਕਾਲ ਰਿਹਾ, ਤਾਂ ਉਦੋਂ ਇਹਨਾਂ ਨੇ ਕਿਹਾ ਨਹੀਂ ਕਿ ਅਸੀਂ ਮੈਂ ਤੈਨੂੰ ਜਦ ਵੇ ਛੇਤੀ ਮਿਲਣਾ ਚਾਹੁੰਦੀ ਹਾਂ ਜਾਂ ਛੇਤੀ ਵਿਆਹ ਕਰਾਉਣਾ? ਇੱਕ ਦਿਨ ਵੀ ਅਸੀਂ 1 ਸਾਲ ਅਤੇ 2 ਮਹੀਨੇ 3 ਇੱਕ ਦਿਨ ਵੀ ਮਿਸ ਨਹੀਂ ਕੀਤਾ ਫੋਨ। ਅਤੇ ਇਹ ਕਰਦੇ ਸੀ ਜਿੱਦਾਂ, ਅਤੇ ਇਹ ਕਹਿੰਦੇ ਮੈਂ ਦੁਬਈ ਆ ਜਾਂਦੇ ਆ। ਅੱਛਾ। ਅਤੇ ਦੁਬਈ ਜਿੱਦਾਂ ਕੋਵਿਡ ਕਰਕੇ ਮਾਹੌਲ ਸਹੀ ਨਹੀਂ, ਮੈਂ ਨਹੀਂ, ਮੈਂ ਤੂੰ ਵੇਟ ਕਰ ਲੈ, ਮੈਂ ਵੀ ਵੇਟ ਕਰ ਲੈਂਦਾ, ਅਤੇ ਕੋਈ ਗੱਲ ਨਹੀਂ ਆਪਾਂ ਇੰਡੀਆ ਵਿਆਹ ਕਰਾਵਾਂਗੇ। ਫਿਰ ਇੰਡੀਆ ਜਿੱਦਾਂ ਟਰਾਈ ਕਰਦੇ ਸੀ, ਅਤੇ ਵੀਜ਼ੇ ਬੈਨ ਸੀਗੇ ਇੰਡੀਆ ਦੇ, ਅਤੇ ਹੁਣ ਜਿੱਦਾਂ ਖੁੱਲ੍ਹੇ ਵੀਜ਼ੇ, ਜਿੱਦਣ ਖੁੱਲ੍ਹੇ ਵੀਜ਼ੇ ਬਹੁਤ ਜ਼ਿਆਦਾ ਖੁਸ਼ ਵੀ ਵੀਜ਼ੇ ਖੁੱਲ੍ਹ ਗਏ ਇੰਡੀਆ ਦੇ, ਅਤੇ ਫਿਰ ਇਹ ਆਏ, ਇਹਨਾਂ ਨੂੰ ਵੀਜ਼ਾ ਮਿਲ ਗਿਆ। ਹਾਂਜੀ। ਸੋ ਚਾਹਾਂਗੀ ਕਿ ਅਗਲੀ ਲਾਈਫ ਤੁਹਾਡੀ ਸੋਹਣੀ ਹੋਵੇ ਔਰ ਫਿਊਚਰ ਬਹੁਤ ਬ੍ਰਾਈਟ ਹੋਵੇ। ਸੋ ਹੈਵ ਏ ਗ੍ਰੇਟ ਜਰਨੀ ਐਂਡ ਗ੍ਰੇਟ ਲਾਈਫ ਐਂਡ ਬੈਸਟ ਆਫ ਲੱਕ। Thank you so much. ਸੋ ਤੁਸੀਂ ਵੀ ਆਪ ਖੁਸ਼ ਰਹੋ, ਠੀਕ ਹੈ, ਆਪਣਾ ਵਧੀਆ ਵਧੀਆ ਇੰਜੋਏ ਕਰੋ। ਲੋਕਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਇੱਕ ਵਾਰੀ ਆਪ ਆਪਣੀ ਜ਼ੁਬਾਨੀ? ਮੈਂ ਭਾਜੀ ਇੱਕ ਰਿਕੁਐਸਟ ਕਰਨਾ, ਪਲੀਜ਼ ਬੈਡ ਕਮੈਂਟ ਨਾ ਕਰਿਓ ਭਾਜੀ। ਜੋ ਕੁਝ ਤੁਹਾਨੂੰ ਦੱਸ ਦਿੱਤਾ, ਜੋ ਆਪਣੀ ਲਾਈਫ ਹੀ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕੀਤੀ, ਆਪਾਂ ਕੋਈ ਇੱਦਾਂ ਦੇ ਨਹੀਂ ਆ। ਮੇਰੇ ਘਰ ਵੀ 2 ਭੈਣਾਂ ਆ, ਵੀ ਕਿਸੇ ਦੀ ਧੀ ਭੈਣ ਆ, ਇੱਦਾਂ ਬਹੁਤ ਗਲਤ ਫੀਲ ਕਰਦੇ ਜਿੱਦਾਂ ਬੈਡ ਕਮੈਂਟ ਕਰਦੇ। ਮੈਂ ਹੱਥ ਜੋੜ ਕੇ ਇੱਕੋ ਰਿਕੁਐਸਟ ਕਰਦਾ ਭਾਜੀ, ਬੈਡ ਕਮੈਂਟ ਨਾ ਕਰਿਓ। So please share one message and pro Punjab TV and Punjabi peoples. Thank you all for accepting me into your culture. I love it here. You all so great. Just thank you. ਔਰ ਚਲੋ ਠੀਕ ਹੈ, ਬੈਸਟ ਆਫ ਲੱਕ, ਪਰਮਾਤਮਾ ਖੁਸ਼ ਰੱਖੇ ਔਰ ਕਿਸੇ ਲਈ ਵੀ ਤੁਸੀਂ ਹੈ ਨਾ ਅੱਗੇ ਚੜ੍ਹਦੀ ਕਲਾ ਚ ਰਹੋ। ਥੈਂਕ ਯੂ ਸੋ ਮਚ ਸਾਨੂੰ ਟਾਈਮ ਸਮਾਂ ਦੇ। ਥੈਂਕ ਯੂ ਦੀਦੀ, ਤੁਸੀਂ ਸਾਡੀ ਕਵਰੇਜ ਕੀਤੀ ਅਤੇ ਸਾਨੂੰ ਪੂਰੀ ਦੁਨੀਆ 'ਚ ਦਿਖਾਇਆ। ਥੈਂਕ ਯੂ। ਸੋ ਬਿਲਕੁਲ ਜੀ, ਅਸੀਂ ਪਿਆਰੀ ਜੀ ਜੋੜੀ। ਸੋ ਨਿੱਜੀ ਫੈਸਲਾ ਹੁੰਦਾ ਹਰ ਇੱਕ ਦਾ, ਪਿਆਰ ਕਦੇ ਵੀ ਕਿਸੇ ਵੀ ਕਿਤੇ ਵੀ ਕਿਸੇ ਨੂੰ ਵੀ ਹੋ ਸਕਦਾ ਹੈ। ਤਾਂ ਇੱਕ ਮੁਹੱਬਤ ਦੀ ਕਹਾਣੀ ਹੈ, ਸੱਚੀ ਮੁਹੱਬਤ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਉਹਨਾਂ ਨੂੰ ਬੁਲਾਵਾਂਗੀ ਵੀ, ਔਰ ਜਿੱਦਾਂ ਕਹਿੰਦੇ ਕਿ 1 ਸਾਲ ਤੋਂ ਸਾਡਾ ਜ਼ਿਆਦਾ ਰਿਲੇਸ਼ਨ ਰਿਹਾ ਹੈ ਔਰ ਅਸੀਂ ਇੱਕ ਦੂਜੇ ਨੂੰ ਸਮਝਦੇ ਵੀ ਰਹੇ, ਔਰ ਜੇ ਕਿਤੇ ਨਹੀਂ ਮੇਰਾ ਸਮਾਂ ਹੁੰਦਾ ਸੀ, ਅਸੀਂ ਗੱਲ ਨਹੀਂ ਕਰ ਪਾਉਂਦੇ ਸੀ, ਤਾਂ ਮੇਰੇ ਪੇਰੈਂਟਸ ਨੂੰ ਮੈਸੇਜ ਕਰਦੇ ਹੁੰਦੇ ਸੀਗੇ ਜੈਸਮਿਨ ਕਿ ਉਹ ਕਿੱਥੇ ਨੇ, ਲਵਲੀ ਕਿੱਥੇ ਆ, ਤਾਂ ਮੈਂ ਗੱਲਬਾਤ ਕਰਨਾ ਚਾਹ ਰਹੀ ਹਾਂ। ਤਾਂ ਇੱਕ ਨਿੱਜੀ ਫੈਸਲਾ ਉਹਨਾਂ ਦਾ ਜੇ ਕਹਾਣੀ ਹੈ, ਤਾਂ ਇਹ ਹਰ ਇੱਕ ਨੂੰ ਹੱਕ ਹੁੰਦਾ ਹੈ ਕਿ ਆਪਣੇ ਹਮਸਫਰ ਨੂੰ ਚੁਣਨ ਦਾ। ਜਿਨ੍ਹਾਂ ਨੂੰ ਪਿਆਰ ਹੋਇਆ ਹੈ ਤਾਂ ਉਹ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣੇ, ਔਰ ਕਿਸੇ ਨੂੰ ਹੱਕ ਨਹੀਂ ਹੈ ਕਿਸੇ ਨੂੰ ਇਹਦਾ ਜੱਜ ਕਰਨ ਦਾ, ਸਰਟੀਫਿਕੇਟ ਦੇਣ ਦਾ, ਜਾਂ ਬਹੁਤ ਵਾਹਿਯਾਤ ਸ਼ਬਦ ਯੂਜ਼ ਕਰਨ ਦਾ। ਅਸੀਂ ਵੀ ਚਾਹਾਂਗੇ ਕਿ ਜੇਕਰ ਤੁਸੀਂ ਕਮੈਂਟ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਚੰਗਾ ਕਰਿਓ, ਔਰ ਕਿਸੇ ਦੀ ਜ਼ਿੰਦਗੀ ਨੂੰ ਦਿਖਾਉਣ ਵਾਲਾ, ਹਰਟ ਕਰਨ ਵਾਲਾ ਮੈਸੇਜ ਜਾਂ ਕਮੈਂਟ ਸਾਨੂੰ ਨਾ ਕਰਨਾ। ਸਹਿਯੋਗੀ ਸਾਥੀ ਸ਼ਮਸ਼ੇਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।